ਤਾਂ ਫਸਟ ਐਗਜ਼ਾਮਪਲ ਇਹਦੇ ਵਿੱਚ three relations R1, R2, R3 are defined on set A equals to ABC as follows. R1, R2, R3 ਤਿੰਨ ਤੁਹਾਨੂੰ ਦਿੱਤੇ ਹੋਏ ਨੇ ਇਹਦੇ ਵਿੱਚ। Find whether each of R1, R2, R3 is reflexive, symmetric and transitive। ਅਸੀਂ ਚੈੱਕ ਕਰਨੇ ਆ ਵੀ ਤਿੰਨੇ ਰਿਫਲੈਕਸਿਵ ਹੈਗੇ ਆ ਕਿ ਨਹੀਂ, ਸਿਮੈਟ੍ਰਿਕ ਹੈਗੇ ਕਿ ਨਹੀਂ, ਟ੍ਰਾਂਜ਼ਿਟਿਵ ਹੈਗੇ ਕਿ ਨਹੀਂ। ਤਾਂ ਪਹਿਲਾਂ ਆਪਾਂ ਪਹਿਲਾ ਜਿਹੜਾ ਇਹਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਰਿਲੇਸ਼ਨ R1 ਦੇਖੀਏ। R1 ਦੇ ਵਿੱਚ ਆ ਸਾਰੇ ਐਲੀਮੈਂਟਸ ਹੈ, ਤਾਂ ਇਹਦੀ ਰਿਫਲੈਕਸੀਵਿਟੀ ਚੈੱਕ ਕਰਨੀ ਹੈ। ਰਿਫਲੈਕਸੀਵਿਟੀ ਵਾਸਤੇ ਕੀ ਖਾਸ ਗੱਲ ਹੁੰਦੀ ਹੈ ਰਿਫਲੈਕਸੀਵਿਟੀ ਦੀ? ਕੱਲ੍ਹ ਆਪਾਂ ਕਰੇ ਸੀਗੇ ਤਿੰਨੇ ਟਾਈਪ ਦੇ ਫੰਕਸ਼ਨ ਰਿਲੇਸ਼ਨਸ। ਤਾਂ ਉਹਦੇ 'ਚ ਕੀ ਦੇਖਣਾ ਹੁੰਦਾ ਅਸੀਂ ਪਹਿਲਾਂ ਦੇਖਣਾ ਵੀ A ਦੇ ਵਿੱਚ ਕਿੰਨੇ ਐਲੀਮੈਂਟ ਹੈ। A ਦੇ ਵਿੱਚ 3 ਐਲੀਮੈਂਟ ਹੈ, A B C। ਤਿੰਨਾਂ ਦਾ ਆਪਦੇ ਆਪ ਨਾਲ ਰਿਲੇਸ਼ਨ ਜ਼ਰੂਰ ਬਣਨਾ ਚਾਹੀਦਾ, ਯਾਨੀ ਇਹਦੇ ਵਿੱਚ A A B B ਤੇ C C ਜ਼ਰੂਰ ਹੋਣਾ ਚਾਹੀਦਾ। ਜੇ ਇੱਦਾਂ ਹੈਗਾ ਤਾਂ ਇਹ ਰਿਫਲੈਕਸਿਵ ਹੈ। ਤਾਂ ਤੁਸੀਂ ਚੈੱਕ ਕਰ ਲਓ, A A ਹੈਗਾ, B B B ਹੈਗਾ ਤੇ C C ਵੀ ਹੈਗਾ। ਇਟ ਮੀਨਸ ਇਹ ਰਿਫਲੈਕਸਿਵ ਹੈ। ਅਸੀਂ ਲਿਖਤਾ we see that A A B B C C belongs to R1, hence R1 is reflexive। ਸਿਮੈਟ੍ਰਿਕ ਵਾਸਤੇ ਕੀ ਸੀਗਾ? ਸਿਮੈਟ੍ਰਿਕ ਵਾਸਤੇ ਅਸੀਂ ਦੇਖਦੇ ਸੀਗੇ ਕੀ ਸੀ ਵੀ ਜੇ A B ਹੈ ਸਾਡੇ ਕੋਲ ਤਾਂ ਇਹਦਾ ਉਲਟਾ B A ਵੀ ਹੋਣਾ ਚਾਹੀਦਾ ਹੈ, ਪਰ B A ਦੇਖੋ ਇਹਦੇ ਵਿੱਚ ਹੈ ਨਹੀਂਗਾ ਕਿਤੇ ਵੀ। ਇਟ ਮੀਨਸ ਇਹ ਸਿਮੈਟ੍ਰਿਕ ਨਹੀਂ ਹੈ। ਸਾਰਿਆਂ ਦੇ ਉਲਟੇ ਹੋਣਾ ਚਾਹੀਦਾ। A C ਹੈ ਤਾਂ C A ਵੀ ਹੋਣਾ ਚਾਹੀਦਾ। ਦੇਖੋ A C ਦਾ ਉਲਟਾ C A ਹੈਗਾ, ਠੀਕ ਹੈ ਨਾ। B C ਦਾ ਉਲਟਾ C B ਹੈਗਾ, ਪਰ A B ਦਾ ਉਲਟਾ B A ਨਹੀਂ ਹੈਗਾ। ਤੇ ਇੱਕ ਵੀ ਜੇ ਹੈ ਨਹੀਂਗਾ ਤਾਂ ਬਾਕੀਆਂ ਨੂੰ ਚੈੱਕ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ। ਜੇ ਇੱਕ ਦੇ ਮੰਨ ਲਓ ਪਹਿਲੇ ਅਸੀਂ ਚੈੱਕ ਕਰਿਆ A B ਤੇ ਉਹਦਾ ਉਲਟਾ B A ਹੈ ਨਹੀਂਗਾ, ਤਾਂ ਅਸੀਂ ਕਹਿ ਦਾਂਗੇ ਵੀ ਸਿਮੈਟ੍ਰਿਕ ਨਹੀਂ ਹੈਗਾ। ਇੱਥੇ ਅਸੀਂ ਰੀਜ਼ਨ ਲਿਖਤਾ R1 is not symmetric because AB belongs to R1 but BA does not belong to R1। ਇਸ ਕਰਕੇ ਇਹ ਹੈ ਨਹੀਂਗਾ। ਦੂਸਰਾ ਇਹਦੇ ਵਿੱਚ ਟ੍ਰਾਂਜ਼ਿਟਿਵਿਟੀ ਵਾਸਤੇ ਕੀ ਸੀਗਾ? ਅਸੀਂ ਚੈੱਕ ਕਰਨਾ ਹੁੰਦਾ ਹੈ ਵੀ ਜੇ ਸਾਡੇ ਕੋਲੇ ਇਹ ਜਿਵੇਂ ਪਹਿਲੇ ਐਲੀਮੈਂਟ ਤੋਂ ਸ਼ੁਰੂ ਕਰ ਲਓ। A ਹੈ, ਇਹ A ਤੇ ਖਤਮ ਹੁੰਦਾ। ਹੁਣ A ਤੋਂ ਸਟਾਰਟ ਹੋਣ ਵਾਲੇ ਦੇਖੋ ਕਿਹੜੇ ਕਿਹੜੇ ਇਸ ਤੋਂ ਬਾਅਦ। ਇੱਧਰ A ਦਾ A ਨਾਲ ਰਿਲੇਸ਼ਨ ਹੈ, ਫਿਰ A ਦਾ B ਨਾਲ, ਆ ਜਾਣੀ A ਦਾ ਫਿਰ ਗਾਂ B ਨਾਲ ਰਿਲੇਸ਼ਨ ਹੈ। ਤਾਂ ਸਾਡੇ ਕੋਲੇ ਆਹ ਚੀਜ਼ ਹੋਣੀ ਚਾਹੀਦੀ। ਹੁਣ A ਵੀ ਹੋਣਾ ਚਾਹੀਦਾ ਤੇ A ਵੀ ਹੈਗਾ ਇਹਦੇ ਵਿੱਚ ਦੇਖੋ। ਫਿਰ A ਤੋਂ ਹੋਰ ਸ਼ੁਰੂ ਹੋਣ ਵਾਲਾ ਕਿਹੜਾ A C ਹੈ, ਤਾਂ A ਫਿਰ A C, ਤਾਂ ਇਹਦਾ ਮਤਲਬ A C ਹੋਣਾ ਚਾਹੀਦਾ ਸਾਡੇ ਕੋਲ। A C ਹੈਗਾ ਹੀ ਹੈ। ਫਿਰ A ਹੈ ਤੇ A ਨਾਲ ਹੋਰ ਕੋਈ ਸ਼ੁਰੂ ਹੋਣ ਵਾਲਾ ਹੈ ਨਹੀਂ, ਤਾਂ ਬਾਅਦ ਨੂੰ ਚੈੱਕ ਕਰਨ ਦੀ ਜ਼ਰੂਰਤ। ਫਿਰ ਦੂਸਰਾ ਸਾਡੇ ਕੋਲ ਆ ਗਿਆ A B। ਹੁਣ ਇਹਦਾ ਸੈਕੰਡ ਐਲੀਮੈਂਟ B ਹੈ। ਹੁਣ ਫਸਟ ਐਲੀਮੈਂਟ B ਵਾਲਾ ਦੇਖੋ ਕੋਈ ਇਸ ਤੋਂ ਬਾਅਦ ਆ ਹੈ, ਤਾਂ A B B B, ਇਹਦਾ ਮਤਲਬ A B ਵੀ ਹੋਣਾ ਚਾਹੀਦਾ। A B ਹੈਗਾ ਇਹਦੇ ਵਿੱਚ ਆ ਪਿਆ ਹੈ ਨਾ। ਤੇ ਫਿਰ A B ਤੇ ਹੋਰ B ਤੋਂ ਸ਼ੁਰੂ ਹੋਣ ਵਾਲਾ B C ਹੈ, ਤਾਂ A B ਤੇ B C ਆ ਦੋਨੇ ਆ ਗਏ, A B ਤੇ B C। ਤਾਂ ਇਹਦਾ ਮਤਲਬ ਇਹਦੇ ਵਿੱਚ A C ਵੀ ਹੋਣਾ ਚਾਹੀਦਾ ਹੈ। A ਤੇ C ਨਾਲ ਵੀ ਇੱਕ ਐਲੀਮੈਂਟ ਬਣਨਾ ਚਾਹੀਦਾ। A C ਹੈਗਾ ਇਹਦੇ 'ਚ, ਹੈਗਾ ਆ ਪਿਆ, ਠੀਕ ਹੈ ਨਾ। ਫਿਰ A B ਤੇ B ਤੋਂ ਹੋਰ ਸ਼ੁਰੂ ਹੋਣ ਵਾਲਾ ਹੋਰ ਕੋਈ ਨਹੀਂ ਹੈਗਾ, ਤਾਂ ਹੋਰ ਚੈੱਕ ਕਰਨੀ ਨਹੀਂ। ਫਿਰ ਇਸੇ ਤਰ੍ਹਾਂ A C ਅਗਲਾ ਜਿਹੜਾ ਸਾਡਾ ਐਲੀਮੈਂਟ ਹੈ A C ਤੋਂ ਸ਼ੁਰੂ ਹੋਣ ਵਾਲੇ ਦੇਖੋ C A ਆ ਗਿਆ ਇਸ ਤੋਂ ਬਾਅਦ। ਤਾਂ A C ਤੇ C A, ਇਹਦਾ ਮਤਲਬ A A ਇਹਦੇ ਵਿੱਚ ਹੋਣਾ ਚਾਹੀਦਾ ਤੇ A A ਇਹਦੇ ਵਿੱਚ ਹੈਗਾ, ਠੀਕ ਹੈ ਨਾ। ਉਸ ਤੋਂ ਬਾਅਦ C ਤੋਂ ਸ਼ੁਰੂ ਹੋਣ ਵਾਲਾ C B ਹੈ ਆਹ ਵਾਲਾ, ਤਾਂ ਇਹਦਾ ਮਤਲਬ A B ਵੀ ਹੋਣਾ ਚਾਹੀਦਾ ਤੇ A B ਵੀ ਹੈਗਾ ਇਹਦੇ ਵਿੱਚ ਆ ਪਿਆ। ਤਾਂ ਇਸ ਤੋਂ ਬਾਅਦ A C ਤੋਂ ਬਾਅਦ ਹੈਗਾ C C, ਯਾਨੀ C C ਤੇ ਇਹ ਤੋਂ ਬਾਅਦ C C 'ਚ ਛੱਡ ਦਈਏ ਤਾਂ A C ਆ ਗਿਆ। A C ਇਹਦੇ ਵਿੱਚ ਹੈਗਾ ਹੀ ਆ ਪਿਆ। ਫਿਰ B B ਆ ਗਿਆ। B ਤੋਂ ਫਿਰ B ਤੋਂ ਸ਼ੁਰੂ ਹੋਣ ਵਾਲਾ ਕਿਹੜਾ B C, ਤਾਂ B C ਹੋਣਾ ਚਾਹੀਦਾ। B C ਇਹਦੇ ਵਿੱਚ ਹੈਗਾ ਹੀ ਹੈ। ਇਹਨਾਂ ਜਿਹੜੇ ਆਹ ਵਾਲੇ ਇਹਨਾਂ ਨੂੰ ਤਾਂ ਬਾਹਲਾ ਚੈੱਕ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਪੈਂਦੀ, ਪਰ ਚਲੋ ਫਿਰ ਵੀ ਆਪਾਂ ਆਪਦੀ ਤਸੱਲੀ ਲਈ ਕਰ ਲਈਦਾ। ਫਿਰ ਆ ਗਿਆ B B, ਹੋਰ ਕੋਈ B ਤੋਂ ਸ਼ੁਰੂ ਹੁੰਦਾ ਨਹੀਂ ਹੈਗਾ ਇਹਦੇ ਵਿੱਚ। ਫਿਰ ਆ ਗਿਆ B C। B C ਤੋਂ ਬਾਅਦ C ਤੋਂ ਸ਼ੁਰੂ ਹੋਣ ਵਾਲੇ ਚੈੱਕ ਕਰੋ ਹੁਣ C A, ਤਾਂ C ਛੱਡ ਦਈਏ ਤਾਂ B A ਇਹਦੇ ਵਿੱਚ ਹੋਣਾ ਚਾਹੀਦਾ, ਪਰ B A ਕਿਤੇ ਵੀ ਨਹੀਂ ਹੈਗਾ। ਦੇਖੋ ਸਾਰਿਆਂ ਦੇ ਵਿੱਚ B A ਨਹੀਂ ਹੈਗਾ। ਇਹਦਾ ਮਤਲਬ ਇਹ ਜਿਹੜਾ ਹੈਗਾ ਟ੍ਰਾਂਜ਼ਿਟਿਵ ਹੈ ਨਹੀਂਗਾ। ਹੁਣ ਤੱਕ ਅਸੀਂ ਮੱਥਾ ਮਾਰ ਕੇ ਚੈੱਕ ਕੀਤਾ ਟ੍ਰਾਂਜ਼ਿਟਿਵ ਸੀਗਾ, ਪਰ
ਬੀ ਸੀ ਤੇ ਸੀ ਏ ਤੋਂ ਜਿਹੜਾ ਬਣਨ ਵਾਲਾ ਬੀ ਏ ਸੀਗਾ ਉਹ ਕਿਤੇ ਨਹੀਂ ਹੈਗਾ, ਇਸ ਕਰਕੇ ਟ੍ਰਾਂਜ਼ਿਟਿਵ ਨਹੀਂ ਹੈਗਾ। ਤਾਂ R1 ਇਜ਼ ਨਾਟ ਟ੍ਰਾਂਜ਼ਿਟਿਵ ਬਿਕੋਜ਼ BC and CA belongs to R1 but BA does not belong to R1। ਨੈਕਸਟ ਸਾਡੇ ਕੋਲੇ ਆ ਗਿਆ R2, AB BA AC CA। ਇਹ ਰਿਫਲੈਕਸਿਵ ਨਹੀਂ ਹੈਗਾ। ਰਿਫਲੈਕਸਿਵ ਕਿਉਂ ਨਹੀਂ ਹੈਗਾ? ਰਿਫਲੈਕਸਿਵ ਵਾਸਤੇ ਕੀ ਹੋਣਾ ਚਾਹੀਦਾ ਸੀਗਾ? AA BB CC ਹੋਣਾ ਚਾਹੀਦਾ ਸੀ, ਉਹ ਇਹਦੇ 'ਚ ਹੈ ਨਹੀਂ ਗੇ। ਇਟ ਮੀਨਸ ਇਹ ਰਿਫਲੈਕਸਿਵ ਨਹੀਂ ਹੈਗਾ। ਅਸੀਂ ਸਾਰਿਆਂ ਨੂੰ ਦੱਸਣ ਦੀ ਨਹੀਂ ਸਾਨੂੰ ਜ਼ਰੂਰਤ, ਅਸੀਂ ਇੱਕ ਦਾ ਹੀ ਐਗਜ਼ਾਮਪਲ ਦੇਵਾਂਗੇ। R2 ਇਜ਼ ਨਾਟ ਰਿਫਲੈਕਸਿਵ ਕਿਉਂਕਿ A ਜਿਹੜਾ ਸੀਗਾ ਅਸੀਂ ਉੱਤੇ ਦੇਖਿਆ ਸੀ A ਦੇ ਐਲੀਮੈਂਟਸ ਕੀ ਸੀਗੇ, ਜਿਹੜਾ ਸਾਡੇ ਕੁਐਸਚਨ ਦੇ ਵਿੱਚ ਦਿੱਤੇ ਹੋਏ ਸੀ A B ਤੇ C। ਤਾਂ ਇਹਦੇ 'ਚ ਕੋਈ ਇੱਕ ਐਲੀਮੈਂਟ ਚੱਕ ਲਓ, A ਜਿਵੇਂ A ਹੈ ਤਾਂ A ਜੇ A ਦੇ ਵਿੱਚ ਹੈਗਾ ਤਾਂ ਸਾਡੇ ਕੋਲੇ A R1 R2 ਦੇ ਵਿੱਚ ਹੋਣਾ ਚਾਹੀਦਾ ਸੀ ਜੇ ਅਸੀਂ ਇਹਨੂੰ ਰਿਫਲੈਕਸਿਵ ਬਣਾਉਣਾ, ਪਰ ਇਹ ਇਹਦੇ ਵਿੱਚ ਹੈ ਨਹੀਂਗਾ R2 ਦੇ ਵਿੱਚ, ਇਸ ਕਰਕੇ ਕੀ ਆ ਰਿਫਲੈਕਸਿਵ ਨਹੀਂ ਹੈਗਾ। ਸਿਮੈਟ੍ਰਿਕ ਵਾਸਤੇ ਦੇਖੋ ਇਹਦੇ ਕੋਲੇ ਇਹਦੇ 'ਚ AB ਹੈ ਤਾਂ ਇਹਦਾ ਉਲਟਾ BAB ਹੈਗਾ, ਫਿਰ AC ਹੈ ਤੇ ਉਹਦਾ ਉਲਟਾ CAB ਹੈਗਾ। ਇਟ ਮੀਨਸ ਇਹ ਸਿਮੈਟ੍ਰਿਕ ਹੈਗਾ, ਠੀਕ ਹੈ ਕਿ ਨਹੀਂ? ਅਸੀਂ ਲਿਖਾਂਗੇ R2 is symmetric because for every AB belongs to R1। R1 ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ every AB ਦਾ ਮਤਲਬ R1 R2 ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਉਹਨਾਂ ਦਾ ਉਲਟਾ BA ਹੈਗਾ, ਠੀਕ ਹੈ ਕਿ ਦੇਅਰ ਐਗਜ਼ਿਸਟ। ਆਹ ਵਾਲਾ ਜਿਹੜਾ ਸਾਈਨ ਹੈ ਇਹ ਕਾਹਦੇ ਵਾਸਤੇ ਹੈ? ਇਹਨੂੰ ਅਸੀਂ ਬੋਲਾਂਗੇ ਦੇਅਰ ਐਗਜ਼ਿਸਟ, ਯਾਨੀ ਉੱਥੇ ਹੈਗਾ। ਐਗਜ਼ਿਸਟ ਦਾ ਮਤਲਬ ਉੱਥੇ ਇੱਕ ਬਿਲੋਂਗ ਚੀਜ਼ ਹੈਗੀ ਹੈ ਇੱਦਾਂ ਦੀ ਵੀ ਜੇ A B ਹੈ ਤਾਂ ਉਹਦਾ ਉਲਟਾ BA ਹੈਗਾ ਉਹਦੇ ਵਿੱਚ, ਇਸ ਕਰਕੇ ਸਿਮੈਟ੍ਰਿਕ ਹੈ। ਟ੍ਰਾਂਜ਼ਿਟਿਵ ਵਾਸਤੇ ਕੀ ਚਾਹੀਦਾ ਸਾਨੂੰ? ਦੇਖੋ A B ਹੈ, ਫਿਰ B ਤੋਂ ਸ਼ੁਰੂ ਹੋਣ ਵਾਲਾ BA ਹੈ ਤਾਂ ਇਹਦੇ 'ਚ A ਹੋਣਾ ਚਾਹੀਦਾ ਸੀਗਾ ਤੇ A ਇਹਦੇ ਵਿੱਚ ਹੈ ਨਹੀਂਗਾ, ਇਹਦਾ ਮਤਲਬ ਕੀ ਹੈ? ਇਹ ਟ੍ਰਾਂਜ਼ਿਟਿਵ ਨਹੀਂ ਹੈਗਾ, ਠੀਕ ਹੈ। ਫਿਰ ਲਾਸਟ ਆ ਗਿਆ ਸਾਡੇ ਕੋਲ ਤੀਸਰਾ AB ਹੈ BC ਤੇ C ਹੈ। ਇਹ ਰਿਫਲੈਕਸਿਵ ਹੈ ਨਹੀਂ ਕਿਉਂਕਿ ਇਹ 'ਚ A B C C ਕੁਛ ਵੀ ਨਹੀਂ ਹੈਗਾ। ਫਿਰ ਸਿਮੈਟ੍ਰਿਕ ਵੀ ਹੈ ਨਹੀਂਗਾ, ਦੇਖੋ AB ਹੈਗਾ ਇਹਦਾ ਉਲਟਾ BA ਹੈ ਨਹੀਂਗਾ, ਇਹਦਾ ਮਤਲਬ ਸਿਮੈਟ੍ਰਿਕ ਵੀ ਹੈ ਨਹੀਂਗਾ। ਨਾ ਤਾਂ ਇਹ ਰਿਫਲੈਕਸਿਵ ਹੈ ਤੇ ਨਾ ਹੀ ਸਿਮੈਟ੍ਰਿਕ ਹੈ। ਟ੍ਰਾਂਜ਼ਿਟਿਵ ਵਾਸਤੇ AB ਫਿਰ B ਤੋਂ ਸ਼ੁਰੂ ਹੋਣ ਵਾਲਾ BC ਹੈਗਾ ਸਾਡੇ ਕੋਲ, ਪਰ AC ਹੈ ਨਹੀਂਗਾ, CA ਹੈ, CA ਤੇ AC ਇੱਕ ਦੂਜੇ ਦੇ ਉਲਟ ਹੈ। AC ਹੋਣਾ ਚਾਹੀਦਾ ਸੀ ਇਹਦੇ ਵਿੱਚ, ਪਰ AC ਇਹਦੇ ਵਿੱਚ ਹੈ ਨਹੀਂਗਾ। ਇਟ ਮੀਨਸ ਇਹ ਕੀ ਹੈ? ਟ੍ਰਾਂਜ਼ਿਟਿਵ ਵੀ ਨਹੀਂ ਹੈਗਾ। ਤਾਂ ਨੈਕਸਟ ਹੈ ਸਾਡੇ ਕੋਲੇ ਐਗਜ਼ਾਮਪਲ 2, show that the relation R on set A equals to ਹੈਗਾ 1 2 3 given by R equals to 1 1 2 2 3 3 1 2 2 3 is reflexive but neither symmetric nor transitive। ਨਾ ਹੀ ਇਹ ਸਿਮੈਟ੍ਰਿਕ ਹੈ ਤੇ ਨਾ ਹੀ ਟ੍ਰਾਂਜ਼ਿਟਿਵ। ਤਾਂ ਇਹ ਸਿਮੈਟ੍ਰਿਕ ਤੁਹਾਨੂੰ ਰਿਫਲੈਕਸਿਵ ਤਾਂ ਨਜ਼ਰ ਆ ਹੀ ਰਿਹਾ ਹੈ, 1 1 ਹੈ 2 2 ਵੀ ਹੈ 3 3 ਵੀ ਹੈ 1 2 3 ਤਿੰਨ ਹੀ ਐਲੀਮੈਂਟਸ ਸੀਗੇ, ਤਾਂ ਇਹ ਸਾਰੇ ਇਹਦੇ 'ਚ ਹੈਗੇ ਆ। ਤਾਂ ਅਸੀਂ ਰਿਫਲੈਕਸਿਵਿਟੀ ਕਿਵੇਂ ਲਿਖਾਂਗੇ? we see that for all A belongs to A। for all A belongs to A ਦਾ ਮਤਲਬ A ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਸਾਰਿਆਂ ਵਾਸਤੇ ਆਪਦੇ ਆਪ ਨਾਲ ਹਰੇਕ ਦਾ ਆਪਦੇ ਆਪ ਨਾਲ ਰਿਲੇਸ਼ਨ ਬਣਦਾ ਸਾਨੂੰ ਨਜ਼ਰ ਆ ਰਿਹਾ ਇੱਥੇ, ਇਸ ਕਰਕੇ ਇਹ ਕੀ ਹੈ? ਰਿਫਲੈਕਸਿਵ ਹੈ। ਸਿਮੈਟ੍ਰਿਕ ਕਿਉਂ ਨਹੀਂ ਹੈਗਾ? 1 2 ਹੈਗਾ, 2 1 ਹੈ ਨਹੀਂ ਇਹਦੇ 'ਚ, ਠੀਕ ਹੈ ਕਿ ਨਹੀਂ? ਟ੍ਰਾਂਜ਼ਿਟਿਵ ਵਾਸਤੇ ਦੇਖੋ 1 2 ਹੈਗਾ, 2 3 ਹੈਗਾ, 1 3 ਹੈ ਨਹੀਂਗਾ। 1 2 ਹੈਗਾ, ਫਿਰ 2 3 ਹੈਗਾ, ਪਰ 1 3 ਹੈ ਨਹੀਂਗਾ। 1 3 ਵੀ ਤਾਂ ਹੋਣਾ ਚਾਹੀਦਾ ਸੀਗਾ, ਉਹ ਹੈ ਨਹੀਂ ਇਹਦੇ ਵਿੱਚ। ਇਹਦਾ ਮਤਲਬ ਇਹ ਟ੍ਰਾਂਜ਼ਿਟਿਵ ਨਹੀਂ ਹੈਗਾ। ਨੈਕਸਟ ਚੱਲੀਏ, ਨੈਕਸਟ ਹੈ ਸਾਡੇ ਕੋਲ ਐਗਜ਼ਾਮਪਲ, ਚੈੱਕ the following relations R and S, ਦੋ ਰਿਲੇਸ਼ਨ ਸਾਨੂੰ ਦਿੱਤੇ ਹੋਏ ਹੈ ਫॉर ਰਿਫਲੈਕਸਿਵਿਟੀ, ਸਿਮੈਟਰੀ ਐਂਡ ਟ੍ਰਾਂਜ਼ਿਟਿਵਿਟੀ। ਸਾਰਿਆਂ ਨੂੰ ਅਸੀਂ ਚੈੱਕ ਕਰਨਾ ਵੀ ਇਹ ਰਿਫਲੈਕਸਿਵ ਟ੍ਰਾਂਜ਼ਿਟਿਵ ਦੋ ਹੀ ਤੁਹਾਨੂੰ ਦਿੱਤੇ ਹੋਏ R ਤੇ S, ਚੈੱਕ ਕਰਨੇ ਵੀ ਇਹ ਰਿਫਲੈਕਸਿਵ ਟ੍ਰਾਂਜ਼ਿਟਿਵ ਹੈਗਾ ਕਿ ਨਹੀਂ। R ਬਾਰੇ ਕੀ ਦਿੱਤਾ ਹੋਇਆ ਦੇਖੋ, ਪਹਿਲਾ A is related with B with the relation R if and only if B is divisible by A where AB belongs to N। ਇਹਨੂੰ ਹੁਣ ਥੋੜਾ ਜਿਹਾ ਹੋਰ ਤਰੀਕੇ ਨਾਲ ਲਿਖਤਾ, ਅਸੀਂ ਘਬਰਾ ਜਾਂਦੇ ਹਾਂ ਦੇਖ ਕੇ। R ਨੂੰ ਅਸੀਂ ਇਸ ਤਰ੍ਹਾਂ ਲਿਖ ਲੈਂਦੇ ਜਿਵੇਂ ਅਸੀਂ ਲਿਖਣ ਜਾਣਦੇ ਹਾਂ। ਇਹਦੇ 'ਚ ਕਿੱਦਾਂ ਦੇ ਐਲੀਮੈਂਟ ਹੋਣਗੇ? AB ਟਾਈਪ ਦੇ ਹੋਣਗੇ।
ਕੀ ਨਿਸ਼ਾਨੀ ਹੋਣੀ ਚਾਹੀਦੀ ਹੈ ਏ ਬੀ ਦੀ? ਬੀ ਇਜ਼ ਡਿਵੀਜ਼ੀਬਲ ਬਾय ਏ, ਬੀ ਇਜ਼ ਡਿਵੀਜ਼ੀਬਲ ਬਾय ਏ। ਤੇ ਏ ਤੇ ਬੀ ਕਿੱਦਾਂ ਦੇ ਨੇ ਦੋਨੇ? ਏ ਬੀ ਬਿਲੋਂਗਸ ਟੂ ਐਨ ਨੇ, ਐਨ ਮਤਲਬ ਨੈਚੁਰਲ ਨੰਬਰ ਨੇ। ਤਾਂ ਇਹੋ ਜਿਹੇ ਬੀ ਡਿਵੀਜ਼ੀਬਲ ਬਾय ਏ ਦਾ ਮਤਲਬ ਕੀ ਹੈ? ਬੀ ਮਲਟੀਪਲ ਹੈ, ਬੀ ਇਜ਼ ਮਲਟੀਪਲ ਆਫ ਏ। ਯਾਨੀ ਅਸੀਂ ਬੀ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ, ਐਮ ਐਨ ਐਮ ਏ, ਇਸ ਤਰ੍ਹਾਂ ਲਿਖ ਸਕਦੇ ਹਾਂ। ਐਮ ਕੀ ਹੈ? ਇਹਦਾ ਕੋਈ ਮਲਟੀਪਲ ਹੋ ਗਿਆ। ਬੀ ਇਕੁਅਲ ਟੂ ਐਮ ਏ ਇੱਦਾਂ ਲਿਖਿਆ ਜਾ ਸਕਦਾ। ਇਹ ਸਾਡੇ ਖਿਆਲ 'ਚ ਆ ਜਾਣਾ ਚਾਹੀਦਾ ਪਹਿਲਾਂ। ਆਹ ਸਾਰੀਆਂ ਗੱਲਾਂ ਆਹ ਤਾਂ ਭਾਵੇਂ ਅਸੀਂ ਲਿਖ ਲਈਏ, ਆਹ ਭਾਵੇਂ ਨਾ ਵੀ ਲਿਖੀਏ, ਪਰ ਸਾਡੇ ਦਿਮਾਗ 'ਚ ਇਹ ਚੀਜ਼ ਆ ਜਾਣੀ ਚਾਹੀਦੀ ਹੈ ਨਾਲ ਦੀ ਨਾਲ। ਤਾਂ ਇੱਦਾਂ ਦਾ ਆਹ ਅਸੀਂ ਲਿਖ ਲਿਆ, ਦੇਖੋ ਆਰ ਇਕੁਅਲਸ ਟੂ ਏ ਬੀ, ਤੇ ਏ ਬੀ ਕੀ ਹੈ? ਏ ਬੀ ਨੂੰ ਡਿਵਾਈਡ ਕਰਦਾ, ਏ ਡਿਵਾਈਡਸ ਬੀ। ਆਹ ਜਿਹੜਾ ਨਿਸ਼ਾਨ ਹੈ ਡਿਵਾਈਡਸ ਦਾ ਹੈ। ਜਾਂ ਬੀ ਇਜ਼ ਡਿਵੀਜ਼ੀਬਲ ਬਾय ਏ, ਇੱਕੋ ਹੀ ਗੱਲ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸੀਆਂ ਸੀ ਇਹ ਗੱਲਾਂ ਵੀ ਏ ਡਿਵਾਈਡਸ ਬੀ ਲਿਖ ਲਓ, ਚਾਹੇ ਬੀ ਇਜ਼ ਡਿਵੀਜ਼ੀਬਲ ਬਾय ਏ ਲਿਖ ਲਓ, ਜਾਂ ਲਿਖ ਲਓ ਬੀ ਇਜ਼ ਮਲਟੀਪਲ ਆਫ ਏ, ਸਭ ਕੋਈ ਗੱਲ ਹੈ। ਤਾਂ ਏ ਬੀ ਦੋਨੇ ਕੀ ਨੇ? ਨੈਚੁਰਲ ਨੰਬਰ ਨੇ। ਹੁਣ ਇੱਥੇ ਨਾ ਖਿਆਲ ਕਰਨਾ, ਹੁਣ ਤੱਕ ਜਿੰਨੇ ਅਸੀਂ ਕਰਿਆ ਸਾਰਿਆਂ ਦੇ ਵਿੱਚ ਸਾਡੇ ਕੋਲ ਜਿਹੜਾ ਸੈੱਟ ਦਿੱਤਾ ਹੁੰਦਾ ਸੀ ਉਹ ਇੱਕ ਫਾਈਨਾਈਟ ਸੈੱਟ ਦਿੱਤਾ ਹੁੰਦਾ। ਜਿਵੇਂ ਉੱਪਰਲੇ 'ਚ ਤੁਸੀਂ ਦੇਖੋ 3 ਐਲੀਮੈਂਟ ਸੀ ਇਹਦੇ 'ਚ ਸੈੱਟ ਦੇ ਵਿੱਚ, ਉੱਪਰਲੇ 'ਚ ਉਦੋਂ ਉੱਪਰਲੇ 'ਚ ਵੀ 3 ਹੀ ਐਲੀਮੈਂਟ ਸੀਗੇ ਏ ਬੀ ਸੀ। ਪਰ ਇਹ ਇਨਫਾਈਨਾਈਟ ਸੈੱਟ ਸਾਨੂੰ ਦਿੱਤਾ ਹੋਇਆ, ਐਨ ਦਿੱਤਾ ਹੋਇਆ। ਐਨ ਦਾ ਮਤਲਬ ਜੇ ਐਨ ਨੂੰ ਅਸੀਂ ਲਿਖਣ ਬੈਠੇ, ਐਨ ਕੋਈ ਲਿਖਿਆ ਥੋੜ੍ਹੀ ਜਾ ਸਕਦਾ, 1 2 3 4 ਅਪ ਟੂ ਇਨਫਿਨਿਟੀ ਆ, ਠੀਕ ਹੈ ਕਿ ਨਹੀਂ? ਤਾਂ ਇਨਫਾਈਨਾਈਟ ਸੈੱਟ ਦੇ ਵਿੱਚ ਅਸੀਂ ਆਹ ਚੀਜ਼ ਬਣਾਉਣ ਨਹੀਂ ਬੈਠਾਂਗੇ। ਆਹ ਵਾਲੇ ਇਸ ਤਰੀਕੇ ਨਾਲ ਇਹਦੇ ਜਿਹੜੇ ਹੈਗੇ ਆ, ਅਸੀਂ ਸਾਰੇ ਐਲੀਮੈਂਟਸ ਨੂੰ ਲਿਸਟ ਨਹੀਂ ਕਰ ਸਕਦੇ, ਕਿਉਂਕਿ ਇਨਫਾਈਨਾਈਟ ਸੈੱਟ ਹੈ ਨਾ ਇਹ। ਇਨਫਾਈਨਾਈਟ ਸੈੱਟ ਦੇ ਅਸੀਂ ਸਾਰੇ ਐਲੀਮੈਂਟਸ ਨਹੀਂ ਲਿਖ ਸਕਦੇ। ਸੋ ਇਹਨਾਂ ਨੂੰ ਲਿਖਣ ਦੇ ਚੱਕਰ 'ਚ ਨਹੀਂ ਅਸੀਂ ਪੈਣਾ, ਇਹਨੂੰ ਅਸੀਂ ਸਿੱਧਾ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਬਿਨਾਂ ਲਿਖੇ। ਦੇਖੋ ਕਿਵੇਂ। ਰਿਫਲੈਕਸੀਵਿਟੀ। ਤਾਂ ਰਿਫਲੈਕਸੀਵਿਟੀ 'ਚ ਕੀ ਹੁੰਦਾ ਹੈ? ਹਰੇਕ ਨੰਬਰ ਆਪਦੇ ਆਪ ਨਾਲ ਰਿਲੇਟਡ ਹੋਣਾ ਚਾਹੀਦਾ ਹੈ। ਏ ਬਿਲੋਂਗਸ ਟੂ ਆਰ ਹੋਣਾ ਚਾਹੀਦਾ। ਸਾਡੇ ਕੋਲ ਰਿਲੇਸ਼ਨ ਆ ਦਿੱਤਾ ਹੈ ਨਾ, ਫॉर ਆਲ ਏ ਬਿਲੋਂਗਸ ਟੂ ਆਰ। ਜਿਹੜੇ ਸੈੱਟ ਦੇ ਵਿੱਚ ਜਿੰਨੇ ਵੀ ਨੈਚੁਰਲ ਨੰਬਰਸ ਨੇ ਸਾਰਿਆਂ ਦਾ ਆਪਦੇ ਆਪ ਨਾਲ ਜੇ ਤਾਂ ਰਿਲੇਸ਼ਨ ਬਣਦਾ ਤਾਂ ਉਹ ਰਿਫਲੈਕਸਿਵ ਹੈ। ਰਿਲੇਸ਼ਨ ਕਿਵੇਂ ਬਣੂਗਾ? ਰਿਲੇਸ਼ਨ ਇਸ ਹਿਸਾਬ ਨਾਲ ਬਣੂਗਾ, ਬੀ ਇਜ਼ ਡਿਵੀਜ਼ੀਬਲ ਬਾय ਏ। ਕੀ ਅਸੀਂ ਇਹਦੀ ਥਾਂ ਤੇ ਇਸ ਤਰ੍ਹਾਂ ਲਿਖ ਸਕਦੇ ਹਾਂ, ਏ ਇਜ਼ ਡਿਵੀਜ਼ੀਬਲ ਬਾय ਏ? ਜੇ ਤਾਂ ਇਸ ਤਰ੍ਹਾਂ ਲਿਖ ਸਕਦੇ ਹਾਂ ਤਾਂ ਏ ਬਿਲੋਂਗਸ ਟੂ ਆਰ ਹੋ ਜਾਊਗਾ। ਤਾਂ ਲਿਖ ਸਕਦੇ ਅਸੀਂ ਇਹ ਹਰੇਕ ਨੰਬਰ ਆਪਦੇ ਆਪ ਨਾਲ ਡਿਵੀਜ਼ੀਬਲ ਹੁੰਦਾ। 1 ਨਾਲ ਡਿਵੀਜ਼ੀਬਲ ਹੁੰਦਾ, 2 ਨਾਲ ਡਿਵੀਜ਼ੀਬਲ ਹੁੰਦਾ, 3 ਨਾਲ ਡਿਵੀਜ਼ੀਬਲ ਹੁੰਦਾ, 4 ਨਾਲ ਡਿਵੀਜ਼ੀਬਲ ਹੁੰਦਾ। ਤਾਂ ਅਸੀਂ ਇਹੀ ਲਿਖਣਾ ਹੈ, ਬਿਕੋਜ਼ ਐਵਰੀ ਨੈਚੁਰਲ ਨੰਬਰ ਇਜ਼ ਡਿਵੀਜ਼ੀਬਲ ਬਾय ਇਟਸੈਲਫ, ਦੇਅਰਫॉर ਏ ਬਿਲੋਂਗਸ ਟੂ ਆਰ। ਇਸ ਕਰਕੇ ਏ, ਕਿਉਂਕਿ ਇਹ ਸ਼ਰਤ ਪੂਰੀ ਹੋ ਗਈ। ਸ਼ਰਤ ਕੀ ਸੀਗੀ? ਬੀ ਸ਼ੁੱਡ ਬੀ ਡਿਵੀਜ਼ੀਬਲ ਬਾय ਏ। ਤਾਂ ਇੱਥੇ ਏ ਕਦੋਂ ਆਏਗਾ? ਜੇ ਇੱਥੇ ਲਿਖਿਆ ਜਾ ਸਕਦਾ ਹੋਵੇ ਵੀ ਏ ਇਜ਼ ਡਿਵੀਜ਼ੀਬਲ ਬਾय ਏ। ਜੇ ਇੱਦਾਂ ਲਿਖਿਆ ਜਾ ਸਕਦਾ ਤਾਂ ਸ਼ਰਤ ਪੂਰੀ ਹੋ ਗਈ, ਠੀਕ ਹੈ ਕਿ ਨਹੀਂ? ਤਾਂ ਏ ਬਿਲੋਂਗਸ ਟੂ ਆਰ ਫॉर ਆਲ, ਫॉर ਐਵਰੀ ਜਾਂ ਫॉर ਆਲ ਇੱਥੇ ਸ਼ਬਦ ਲਿਖਣਾ ਹੈ। ਜਿਹੜਾ ਅਸੀਂ ਨਿਸ਼ਾਨ ਵੀ ਸਮਝਿਆ ਸੀਗਾ ਫॉर ਆਲ ਦਾ, ਅਸੀਂ ਕੀ ਸਮਝਿਆ ਸੀਗਾ ਨਿਸ਼ਾਨ? ਇਸ ਤਰ੍ਹਾਂ ਵੀ ਪਾ ਸਕਦੇ ਹਾਂ, ਫॉर ਆਲ ਏ ਬਿਲੋਂਗਸ ਟੂ ਐਨ। ਜਿੰਨੇ ਵੀ ਨੈਚੁਰਲ ਨੰਬਰ ਨੇ ਸਾਰਿਆਂ ਵਾਸਤੇ ਆਹ ਚੀਜ਼ ਜਿਹੜੀ ਹੈਗੀ ਹੈ ਉਹ ਹੈਗੀ ਹੈ। ਐਨ ਕੀ ਹੋ ਗਿਆ? ਆਰ ਇਜ਼ ਰਿਫਲੈਕਸਿਵ। ਹੁਣ ਦੇਖੋ ਇਹ ਸਿਮੈਟ੍ਰਿਕ ਨਹੀਂ ਹੈਗਾ, ਕਿਉਂਕਿ ਜੇ ਅਸੀਂ ਕਹੀਏ ਵੀ ਏ ਬੀ ਨਾਲ ਡਿਵੀਜ਼ੀਬਲ ਹੈ ਤਾਂ ਬੀ ਦਾ ਏ ਦਾ ਨਾਲ ਡਿਵੀਜ਼ੀਬਲ ਹੋਣਾ ਜ਼ਰੂਰੀ ਨਹੀਂ ਹੈਗਾ। ਜਿਵੇਂ ਆ ਇੱਥੇ ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਇਹ 'ਚ ਇੱਕ ਅੱਧੀ ਐਗਜ਼ਾਮਪਲ ਦੇ ਦੇਈ ਹੈ। ਕੋਈ ਦੋ ਨੈਚੁਰਲ ਨੰਬਰ ਲੈ ਲਓ, 2 4 ਨੂੰ ਡਿਵਾਈਡ ਕਰਦਾ, ਸਾਨੂੰ ਪਤਾ ਨਾ 2 ਜਿਹੜਾ ਹੈਗਾ 4 ਨੂੰ ਡਿਵਾਈਡ ਕਰਦਾ, ਪਰ 4 ਹੈ ਜਿਹੜਾ ਉਹ 2 ਨੂੰ ਡਿਵਾਈਡ ਨਹੀਂ ਕਰਦਾ। ਇਹਦਾ ਮਤਲਬ ਕੀ ਹੋਇਆ? 2 4 ਤਾਂ ਆਰ ਦਾ ਐਲੀਮੈਂਟ ਹੈਗਾ, ਬਟ 4 2 ਹੈ ਜਿਹੜਾ ਉਹ ਆਰ ਦਾ ਐਲੀਮੈਂਟ ਨਹੀਂ ਹੈਗਾ, ਉਹਦਾ ਉਲਟਾ, ਠੀਕ ਹੈ ਕਿ ਨਹੀਂ? ਤਾਂ ਆਰ ਇਜ਼ ਨਾਟ ਸਿਮੈਟ੍ਰਿਕ। ਇਸੇ ਤਰ੍ਹਾਂ ਟ੍ਰਾਂਜ਼ਿਟਿਵ ਹੋਏਗਾ। ਇਹ ਕਿਵੇਂ? ਅਸੀਂ ਇੱਥੇ ਲਿਖ ਲਏ 2 ਐਲੀਮੈਂਟ ਏ ਬੀ ਬੀ ਸੀ, ਇਹ ਆਪਾਂ ਕੱਲ ਵੀ ਕਰਕੇ ਦੇਖਿਆ, ਬਿਲੋਂਗਸ ਟੂ ਆਰ। ਇਹਦਾ ਮਤਲਬ ਕੀ ਹੈ? ਏ ਬੀ ਨੂੰ ਡਿਵਾਈਡ ਕਰਦਾ ਤੇ ਬੀ ਹੈ ਜਿਹੜਾ ਸੀ ਨੂੰ ਡਿਵਾਈਡ ਕਰਦਾ। ਇਹੀ ਇਹਨਾਂ ਦੀ ਡੈਫੀਨੇਸ਼ਨ ਹੈ, ਆ ਜਿਹੜੀ ਸੈੱਟ ਦੀ ਡੈਫੀਨੇਸ਼ਨ ਹੁਣੇ ਪੜ੍ਹੀ ਹੈ। ਏ ਬੀ ਬਿਲੋਂਗਸ ਟੂ ਆਰ ਹੈ, ਇਹਦਾ ਮਤਲਬ ਏ ਬੀ ਨੂੰ ਡਿਵਾਈਡ ਕਰਦਾ। ਜੇ ਬੀ ਸੀ ਬਿਲੋਂਗਸ ਟੂ ਆਰ ਹੈ ਤਾਂ ਮਤਲਬ ਬੀ ਸੀ ਨੂੰ ਡਿਵਾਈਡ ਕਰਦਾ। ਇੱਥੇ ਹੈ ਬੀ ਸੀ, ਜੇ ਇੱਥੇ ਬੀ ਸੀ ਲਿਖਾਂਗੇ ਤਾਂ ਇੱਥੇ ਆ ਜਾਊਗਾ ਬੀ ਡਿਵਾਈਡਸ ਸੀ, ਠੀਕ ਹੈ ਕਿ? ਤਾਂ ਆਹੀ ਚੀਜ਼ ਆਏਗੀ। ਇਹਦੀ ਡੈਫੀਨੇਸ਼ਨ ਦੇ ਅਕੋਰਡਿੰਗਲੀ ਇੱਥੇ ਅਸੀਂ ਲਿਖਣਾ ਹੈ। ਆਪਾਂ ਗੱਲ ਪਹਿਲਾਂ ਹੀ ਕਰੀ ਸੀਗੀ ਵੀ ਅਸੀਂ ਇੱਥੋਂ ਸ਼ੁਰੂ ਕਰਾਂਗੇ ਇਹਨੂੰ ਟ੍ਰਾਂਜ਼ਿਟਿਵਿਟੀ ਨੂੰ,
ਤੇ ਇੱਥੇ ਖਤਮ ਕਰਾਂਗੇ ਜੇ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਕਰਨ 'ਚ ਸਫਲ ਹੋ ਗਏ ਏ ਬੀ ਬੀ ਸੀ ਬਿਲੋਂਗਸ ਟੂ ਆਰ, ਤੇ ਜੇ ਅਸੀਂ ਪ੍ਰੂਵ ਕਰਨ 'ਚ ਸਫਲ ਹੋ ਗਏ ਵੀ ਏ ਸੀ ਬਿਲੋਂਗਸ ਟੂ ਆਰ, ਤਾਂ ਇਹਦਾ ਮਤਲਬ ਆਰ ਕੀ ਹੈ, ਟ੍ਰਾਂਜ਼ਿਟਿਵ ਹੈ। ਤਾਂ ਉਹੀ ਕੰਮ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ। ਦੇਖੋ ਏ ਬੀ ਨੂੰ ਡਿਵਾਈਡ ਕਰੇਗਾ, ਬੀ ਹੈ ਜਿਹੜਾ ਸੀ ਨੂੰ ਡਿਵਾਈਡ ਕਰੇਗਾ। ਇਹਦਾ ਮਤਲਬ ਅਸੀਂ ਬੀ ਨੂੰ ਕੀ ਲਿਖ ਸਕਦੇ ਹਾਂ, ਬੀ ਇਕੁਅਲਸ ਟੂ ਐਮ ਏ ਲਿਖ ਸਕਦੇ ਹਾਂ, ਬੀ ਨੂੰ ਏ ਦਾ ਮਲਟੀਪਲ ਲਿਖ ਸਕਦੇ ਹਾਂ। ਇਸੇ ਤਰ੍ਹਾਂ ਸੀ ਨੂੰ ਬੀ ਦਾ ਮਲਟੀਪਲ ਲਿਖ ਸਕਦੇ ਹਾਂ ਕਿਉਂਕਿ ਸੀ ਬੀ ਨੂੰ ਡਿਵਾਈਡ ਕਰਦਾ ਹੈ। ਫॉर ਸਮ ਐਮ ਐਨ ਬਿਲੋਂਗਸ ਟੂ, ਇਹ ਕੋਈ ਸਾਡੇ ਕੋਲੇ ਨੈਚੁਰਲ ਨੰਬਰ ਹੋ ਜਾਣਗੇ। ਹੁਣ ਜੇ ਅਸੀਂ ਸੀ ਦੀ ਵੈਲਿਊ ਚੈੱਕ ਕਰੀਏ, ਸੀ ਇਕੁਅਲਸ ਟੂ ਐਨ ਬੀ ਹੁਣੇ ਲਿਖਿਆ ਉੱਤੇ ਸੀ, ਤੇ ਬੀ ਦੀ ਥਾਂ ਤੇ ਬੀ ਦੀ ਵੈਲਿਊ ਪੁੱਟ ਕਰ ਦਿਓ ਐਮ ਏ ਉੱਪਰੋਂ, ਤਾਂ ਐਮ ਇੰਟੂ ਐਨ ਇੰਟੂ ਐਮ ਏ ਹੋ ਜਾਊਗਾ। ਆ ਬਾਹਰ ਦੋਨੇ ਮਲਟੀਪਲਾਈ ਹੋ ਕੇ ਐਮ ਐਨ ਇੰਟੂ ਏ ਹੋ ਜਾਏਗਾ। ਤਾਂ ਇਹ ਕੀ ਬਣ ਗਿਆ, ਸੀ ਹੈ ਜਿਹੜਾ ਏ ਦਾ ਮਲਟੀਪਲ ਬਣ ਗਿਆ, ਏ ਦੇ ਨਾਲ ਕੋਈ ਨੰਬਰ ਆ ਗਿਆ ਮੂਰੇ, ਤਾਂ ਇਹਦਾ ਮਤਲਬ ਕੀ ਹੈ, ਸੀ ਏ ਦਾ ਮਲਟੀਪਲ ਹੈ। ਜੇ ਸੀ ਏ ਦਾ ਮਲਟੀਪਲ ਹੈ ਤਾਂ ਮਤਲਬ ਏ ਸੀ ਨੂੰ ਡਿਵਾਈਡ ਕਰਦਾ, ਤੇ ਜੇ ਏ ਸੀ ਨੂੰ ਡਿਵਾਈਡ ਕਰਦਾ ਤਾਂ ਇਹਦਾ ਮਤਲਬ ਏ ਸੀ ਬਿਲੋਂਗਸ ਟੂ ਆਰ ਹੈ। ਇਹਦਾ ਮਤਲਬ ਆਰ ਕੀ ਹੈ, ਟ੍ਰਾਂਜ਼ਿਟਿਵ ਹੈ। ਇਹਦਾ ਮੈਂ ਐਗਜ਼ਾਮਪਲ ਵੀ ਤੁਹਾਨੂੰ ਕੱਲ੍ਹ ਸਮਝਾਇਆ ਸੀਗਾ, ਦੁਬਾਰਾ ਫੇਰ ਦੱਸ ਦਿੰਦਾ ਵੀ ਜਿਵੇਂ ਆਪਾਂ ਕਹੀਏ ਵੀ 2 8 ਨੂੰ ਡਿਵਾਈਡ ਕਰਦਾ, ਇਹਦਾ ਮਤਲਬ ਅਸੀਂ 8 ਨੂੰ ਲਿਖ ਸਕਦੇ ਹਾਂ 4 ਗੁਣਾ 2, ਤੇ 8 ਜਿਹੜਾ ਉਹ 24 ਨੂੰ ਡਿਵਾਈਡ ਕਰਦਾ, ਤਾਂ ਅਸੀਂ 24 ਨੂੰ ਕੀ ਲਿਖ ਸਕਦੇ ਹਾਂ, 3 ਗੁਣਾ 8 ਮਲਟੀਪਲ ਹੈ ਨਾ, 24 8 ਦਾ ਮਲਟੀਪਲ ਹੈ। ਇਸੇ ਤਰ੍ਹਾਂ 8 ਜਿਹੜਾ 2 ਦਾ ਮਲਟੀਪਲ ਹੋ ਗਿਆ। ਤਾਂ ਇੱਥੇ ਹੁਣ 24 ਦੇ ਵਿੱਚ 8 ਦੀ ਵੈਲਿਊ ਭਰ ਦਿਓ, 8 ਆਹ ਤਾਂ 3 ਐਵੇਂ ਜਿਵੇਂ ਰਹਿਣ, ਤਾਂ 8 ਦੀ ਥਾਂ ਤੇ ਅਸੀਂ ਲਿਖ ਦਈਏ 4 ਗੁਣਾ 2, ਤਾਂ 4 ਗੁਣਾ 2। ਇਹਦੇ 'ਚ ਹੁਣ ਆਹ ਚੀਜ਼ ਅਸੀਂ ਵੱਖ ਕਰ ਲਈਏ, 12 ਗੁਣਾ 2, ਤਾਂ 24 ਕੀ ਹੋ ਗਿਆ, 2 ਦਾ ਮਲਟੀਪਲ ਹੋ ਗਿਆ ਕਿ ਨਾ, 24 2 ਦਾ ਮਲਟੀਪਲ ਹੋ ਗਿਆ। ਇਹਦਾ ਮਤਲਬ ਕੀ ਹੈ, 2 ਜਿਹੜਾ 24 ਨੂੰ ਡਿਵਾਈਡ ਕਰੇਗਾ, ਤੇ 24 ਨੂੰ ਡਿਵਾਈਡ ਕਰੇਗਾ। ਤਾਂ ਆਹ ਅਸੀਂ ਲੈ ਕੇ ਚੱਲੇ ਸੀਗੇ, ਕੀ ਲੈ ਕੇ ਚੱਲੇ ਸੀ ਅਸੀਂ ਵੀ 2,8 ਐਂਡ 8,24 ਬਿਲੋਂਗਸ ਟੂ ਆਰ ਲੈ ਕੇ ਚੱਲੇ ਸੀ, ਤੇ ਅਸੀਂ ਪ੍ਰੂਵ ਕੀ ਕਰ ਲਿਆ, 2,24 ਬਿਲੋਂਗਸ ਟੂ ਆਰ। ਠੀਕ ਹੈ ਕਿ ਸੋ ਇਹ ਚੀਜ਼ ਥੋੜੀ ਜਿਹੀ ਤੁਸੀਂ ਪਹਿਲਾਂ ਮਤਲਬ ਆਪਦੇ ਦਿਮਾਗ 'ਚ ਕੋਈ ਐਗਜ਼ਾਮਪਲ ਇੱਦਾਂ ਦੀ ਲੈ ਕੇ ਕਰਕੇ ਦੇਖ ਲਿਆ ਕਰੋ, ਉਸ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਲਿਖਣਾ ਤੁਹਾਨੂੰ ਸੁਖਾਲਾ ਹੋ ਜਾਏਗਾ। ਠੀਕ ਹੈ ਕਿ ਨਹੀਂ, ਥੋੜਾ ਜਿਹਾ ਤੇ ਜ਼ੋਰ ਤੁਹਾਨੂੰ ਲਾਉਣਾ ਪਏਗਾ ਕਿਉਂਕਿ ਤੁਹਾਡੇ ਲਈ ਨਵੀਂ ਚੀਜ਼ ਹੈ, ਤੁਸੀਂ ਪਹਿਲਾਂ ਕੀਤੀ ਨਹੀਂ ਹੋਈ ਕਦੇ, ਤਾਂ ਥੋੜੀ ਜਿਹੀ ਦਿੱਕਤ ਇੱਕ ਵਾਰੀ ਸ਼ੁਰੂ 'ਚ ਆ ਸਕਦੀ ਹੈ, ਪਰ ਹੌਲੀ ਹੌਲੀ ਇਹਦੇ ਵਿੱਚ ਅਸੀਂ ਹੋ ਜਾਵਾਂਗੇ। ਵੀ ਹਰ ਵਾਰੀ ਅਸੀਂ ਇਹਨੂੰ ਇਸੇ ਤਰੀਕੇ ਨਾਲ ਸ਼ੁਰੂ ਕਰਨਾ ਹੈ। ਟ੍ਰਾਂਜ਼ਿਟਿਵਿਟੀ ਪ੍ਰੂਵ ਕਰਨ ਵਾਸਤੇ ਸਾਨੂੰ ਜਾਂ ਪਹਿਲਾਂ ਹੀ ਪਤਾ ਹੋਏਗਾ ਵੀ ਟ੍ਰਾਂਜ਼ਿਟਿਵ ਹੈ ਨਹੀਂਗਾ, ਫਿਰ ਅਸੀਂ ਕੋਈ ਐਗਜ਼ਾਮਪਲ ਦੇ ਦਿਆਂਗੇ ਵੀ ਆਹ ਚੀਜ਼ ਹੈਗੀ, ਇਸ ਵਜ੍ਹਾ ਨਾਲ ਇਹ ਟ੍ਰਾਂਜ਼ਿਟਿਵ ਨਹੀਂ ਹੈਗਾ। ਨਾ ਪ੍ਰੂਵ ਕਰਨਾ ਹੋਵੇ ਉੱਥੇ ਤਾਂ ਸਿਰਫ ਐਗਜ਼ਾਮਪਲ ਦੇ ਕੇ ਹੀ ਸਰ ਜਾਂਦਾ। ਹੁਣ ਅੱਗੇ ਚਲੋ, ਦੂਸਰਾ ਜਿਹੜਾ ਸਾਡੇ ਕੁਐਸਚਨ ਸੀ ਉਹ ਕੀ ਸੀਗਾ, ਦੂਸਰਾ ਰਿਲੇਸ਼ਨ ਐਸ ਕੀ ਹੈ, L1 is related to L1 by relation S if and only if। ਆ ਜਿਹੜਾ 2 F ਪਾਏ ਹੁੰਦੇ ਆ ਤਾਂ ਮਤਲਬ ਹੁੰਦਾ if and only if, ਸਿਰਫ ਤੇ ਸਿਰਫ ਜਿਹਨੂੰ ਆਪਾਂ ਕਹਾਂਗੇ L1 is perpendicular to L2 where L1 L2 are straight lines in a plane। ਤਾਂ S ਜਿਹੜਾ ਸਾਡੇ ਕੋਲੇ ਉਹ ਕੀ ਬਣ ਜਾਏਗਾ, ਦੇਖੋ ਇਸ ਤਰੀਕੇ ਨਾਲ ਬਣ ਜਾਏਗਾ, ਐਸਾ ਲਿਖਿਆ ਹੋਇਆ ਐਸ ਕੀ ਬਣੇਗਾ, ਇਹਦੇ ਚ 2 L1 L2 ਇਦਾਂ ਦੇ ਐਲੀਮੈਂਟ ਹੋਣਗੇ। ਕਦੋਂ ਹੋਣਗੇ ਇਹ ਦੋਨੇ ਇਹਦੇ ਵਿੱਚ, ਜਦੋਂ L1 ਪਰਪੈਂਡੀਕੁਲਰ ਹੋਏਗਾ L2 ਦੇ, ਤੇ L1 L2 ਕੀ ਨੇ ਦੋਨੇ, ਇਹਦੇ ਬਾਰੇ ਇੱਥੇ ਜਾਣਕਾਰੀ ਦੇਣੀ ਪਏਗੀ ਵੀ ਇਹ ਸਟ੍ਰੇਟ ਲਾਈਨਸ ਹੈ ਪਲੇਨ ਦੇ ਵਿੱਚ। ਹੁਣ ਇੱਕ ਪਲੇਨ ਦੇ ਵਿੱਚ ਕਿੰਨੀਆਂ ਸਟ੍ਰੇਟ ਲਾਈਨਾਂ ਤੁਹਾਡੇ ਸਾਹਮਣੇ ਆ ਸਕਰੀਨ ਜਿਹੜੀ ਨਜ਼ਰ ਆ ਰਹੀ ਹੈ, ਇੱਕ ਪਲੇਨ ਹੈ, ਇਹ 'ਚ ਹੁਣ ਆਪਾਂ ਜਿੰਨੀਆਂ ਮਰਜ਼ੀ ਪੁੱਠੀਆਂ ਸਿੱਧੀਆਂ ਲਾਈਨਾਂ ਖਿੱਚ ਲਈਏ, ਪਰ ਉਹਨਾਂ ਚੋਂ ਉਹ ਲਾਈਨਾਂ ਇਹਦੇ ਵਿੱਚ ਆਉਣਗੀਆਂ ਜਿਹੜੀਆਂ ਇੱਕ ਦੂਜੇ ਦੇ ਪਰਪੈਂਡੀਕੁਲਰ ਹੋਣਗੀਆਂ, ਬਾਕੀ ਦੀਆਂ ਲਾਈਨਸ ਇਹਦੇ ਵਿੱਚ ਨਹੀਂ ਆਉਣਗੀਆਂ। ਤਾਂ ਰਿਫਲੈਕਸੀਵਿਟੀ ਕਿਵੇਂ ਹੋ ਸਕਦੀ ਹੈ ਵੀ ਜੇ ਅਸੀਂ ਇੱਥੇ ਲਿਖ ਸਕਦੇ ਹੋਈਏ L1 ਇਜ਼ ਪਰਪੈਂਡੀਕੁਲਰ ਟੂ L1, ਜੇ ਅਸੀਂ ਇੱਥੇ ਇਸ ਤਰ੍ਹਾਂ ਲਿਖ ਸਕਦੇ ਹਾਂ ਫਿਰ ਤਾਂ ਰਿਫਲੈਕਸਿਵ ਹੈ, ਜੇ ਨਹੀਂ ਲਿਖ ਸਕਦੇ ਤਾਂ ਨਹੀਂ ਆ। ਠੀਕ ਹੈ ਕਿ ਨਹੀਂ, ਤਾਂ ਕੋਈ ਲਾਈਨ ਆਪਦੇ ਪਰਪੈਂਡੀਕੁਲਰ ਹੋ ਸਕਦੀ ਹੈ, ਨਹੀਂ ਹੋ ਸਕਦੀ। ਜੇ ਆਹ ਲਾਈਨ ਮੈਂ ਖਿੱਚਦਾ, ਆਹ ਖਿੱਚਦੀ ਇੱਕ ਲਾਈਨ, ਇਹਦੇ ਉੱਤੇ ਦੂਸਰੀ ਲਾਈਨ ਇੱਦਾਂ ਖਿੱਚਣੀ ਪਊਗੀ ਪਰਪੈਂਡੀਕੁਲਰ, ਇਹ ਆਪਦੇ ਆਪ ਦੇ ਪਰਪੈਂਡੀਕੁਲਰ ਨਹੀਂ ਹੋ ਸਕਦੀ, ਪੈਰਲਲ ਤਾਂ ਹੋ ਸਕਦੀ ਹੈ। ਕੋਈ ਲਾਈਨ ਹੈ ਜਿਹੜੀ ਉਹ ਆਪਦੇ ਆਪ ਦੇ ਪੈਰਲਲ ਹੁੰਦੀ ਹੈ, ਪਰਪੈਂਡੀਕੁਲਰ ਨਹੀਂ ਹੁੰਦੀ। ਤਾਂ ਇਸ ਕਰਕੇ ਅਸੀਂ ਕੀ ਲਿਖਾਂਗੇ, ਐਸ ਇਜ਼ ਨਾਟ ਰਿਫਲੈਕਸਿਵ ਰਿਲੇਸ਼ਨ ਐਜ਼ ਨੋ ਸਟ੍ਰੇਟ ਲਾਈਨ ਕੈਨ ਨਾਟ ਬੀ ਪਰਪੈਂਡੀਕੁਲਰ ਟੂ ਇਟਸੈਲਫ। ਕੋਈ ਵੀ ਸਟ੍ਰੇਟ ਲਾਈਨ ਹੈ ਜਿਹੜੇ ਆਪਦੇ ਆਪ ਦੇ ਪਰਪੈਂਡੀਕੁਲਰ ਨਹੀਂ ਹੋ ਸਕਦੀ, ਇਸ ਕਰਕੇ ਕਦੇ ਵੀ ਇੱਥੇ L1 ਦੋਨੇ ਨਹੀਂ ਆ ਸਕਦੇ। ਠੀਕ ਹੈ ਕਿ ਸਿਮੈਟ੍ਰਿਕ ਹੈਗੀ ਇਹ, ਅਸੀਂ ਲੈ ਲਿਆ L1। ਹੁਣ ਪ੍ਰੂਵ ਕਿਵੇਂ ਕਰਨਾ ਸਿਮੈਟ੍ਰਿਕ ਨੂੰ, ਹਮੇਸ਼ਾ ਅਸੀਂ 2 ਐਲੀਮੈਂਟਸ ਲੈ ਕੇ ਚੱਲਾਂਗੇ ਵੀ ਇਹ ਮੰਨ ਲਓ L1 L2 ਬਿਲੋਂਗਸ ਟੂ S ਹੈਗਾ, ਤੇ ਜੇ ਅਸੀਂ ਇਹਦੀ ਡੈਫੀਨੇਸ਼ਨ ਨੂੰ ਯੂਜ਼ ਕਰਕੇ ਆਹ ਚੀਜ਼ ਕਰਨ 'ਚ ਸਫਲ ਹੋ ਜਾਈਏ
ਬਿਲੋਂਗਸ ਟੂ ਐਸ, ਤਾਂ ਇਹ ਕੀ ਹੈ, ਸਿਮੈਟ੍ਰਿਕ ਹੋ ਜਾਏਗਾ। ਉਹ ਕਿਵੇਂ ਪਤਾ ਚੱਲੂ, ਇੱਥੇ ਹੀ ਪਤਾ ਚੱਲ ਜਾਂਦਾ ਵੀ L1 L2 ਦੇ ਪਰਪੈਂਡੀਕੂਲਰ ਹੈ। ਕੀ ਅਸੀਂ L2 ਇੱਧਰ ਲਿਖ ਸਕਦੇ ਹਾਂ, L1 ਇੱਧਰ ਲਿਖ ਸਕਦੇ ਹਾਂ? ਹਾਂ ਲਿਖ ਸਕਦੇ ਹਾਂ, ਕਿਉਂਕਿ ਜੇ L1 L2 ਦੇ ਪਰਪੈਂਡੀਕੂਲਰ ਹੈ, ਇੱਕ ਲਾਈਨ ਦੂਜੀ ਦੇ ਪਰਪੈਂਡੀਕੂਲਰ ਹੈ, ਇਸ ਤਰ੍ਹਾਂ ਆ ਇੱਕ ਲਾਈਨ ਹੈ, ਆ ਦੂਸਰੀ ਲਾਈਨ ਹੈ, ਆ L1 ਹੈ, ਆ L2 ਹੈ, 90 ਦਾ ਐਂਗਲ ਹੈ। ਜੇ L1 ਦੇ ਪਰਪੈਂਡੀਕੂਲਰ L2 ਹੈ ਤਾਂ L2 ਵੀ ਤਾਂ L1 ਦੇ ਪਰਪੈਂਡੀਕੂਲਰ ਹੈ, ਠੀਕ ਹੈ ਕਿ ਨਹੀਂ? ਤਾਂ ਇਹੀ ਚੀਜ਼ ਅਸੀਂ ਇੱਥੇ ਲਿਖੀ ਹੈ, L1 L2 ਬਿਲੋਂਗਸ ਟੂ ਐਸ। ਇਹਦਾ ਮਤਲਬ ਕੀ ਹੈ, L1 ਇਜ਼ ਪਰਪੈਂਡੀਕੂਲਰ ਟੂ L2, ਤੇ ਇਹਦਾ ਮਤਲਬ ਇਹ ਵੀ ਹੈ L2 ਇਜ਼ ਪਰਪੈਂਡੀਕੂਲਰ ਟੂ L1। ਇਹਦਾ ਮਤਲਬ ਅਸੀਂ L2, L1 ਵੀ ਲਿਖ ਸਕਦੇ ਹਾਂ ਬਿਲੋਂਗਸ ਟੂ ਐਸ। ਤੇ ਇਹਦੇ ਨਾਲ ਕੀ ਪਤਾ ਚੱਲਿਆ, ਐਸ ਇਜ਼ ਸਿਮੈਟ੍ਰਿਕ, ਠੀਕ ਹੈ। ਟ੍ਰਾਂਜ਼ਿਟਿਵ ਦੇਖੋ ਹੈਗੇ ਕਿ ਨਹੀਂ, ਦੋ ਐਲੀਮੈਂਟਸ ਲੈ ਲਏ, L1 L2 ਲੈ ਲਿਆ, ਫਿਰ L2 L3। L1 ਦੇ ਪਰਪੈਂਡੀਕੂਲਰ L2 ਹੈ ਤੇ L2 ਦੇ ਪਰਪੈਂਡੀਕੂਲਰ L3 ਹੈ। ਇੱਥੇ ਬਣਾ ਕੇ ਦੇਖੋ ਫਿਗਰ, ਆ ਇੱਕ ਲਾਈਨ ਹੈ L2, ਇਹਦੇ ਆ ਲਾਈਨ ਇੱਕ ਪਰਪੈਂਡੀਕੂਲਰ ਹੈ L1, L1 ਦੇ ਪਰਪੈਂਡੀਕੂਲਰ L2 ਹੈ ਤੇ L2 ਗਾਂ ਕਿਸੇ ਹੋਰ ਲਾਈਨ ਦੇ ਪਰਪੈਂਡੀਕੂਲਰ ਹੈ L3 ਦੇ, ਆ L3 ਲਾਈਨ ਹੈ, ਇਹਦੇ ਪਰਪੈਂਡੀਕੂਲਰ ਹੈ। L2 ਦੋਵਾਂ ਦੇ ਪਰਪੈਂਡੀਕੂਲਰ, ਇਹਦੇ ਵੀ ਤੇ ਇਹਦੇ ਵੀ। ਕੀ ਹੁਣ L1 ਤੇ L3 ਇੱਕ ਦੂਜੇ ਦੇ ਪਰਪੈਂਡੀਕੂਲਰ ਬਣੀਆਂ? ਨਹੀਂ ਬਣੀਆਂ। ਇਹ ਦੂਜੇ ਇੱਕ ਦੂਜੇ ਦੇ ਕੀ ਬਣ ਗਈਆਂ, ਇਹ ਇੱਕ ਦੂਜੇ ਦੇ ਪੈਰਲਲ ਲਾਈਨਸ ਬਣ ਗਈਆਂ। ਤਾਂ ਕੀ ਹੋਏਗਾ, L1 L2 ਐਂਡ L2 L3 ਬਿਲੋਂਗਸ ਟੂ ਐਸ ਲਿਖਣਾ ਸੀ ਇੱਥੇ, ਉਹ ਆਪਾਂ ਲਿਖਣਾ ਭੁੱਲੇ ਹਾਂ, ਇੱਥੇ ਬਿਲੋਂਗਸ ਟੂ ਐਸ ਲਿਖਾਂਗੇ। ਦੋਨੋਂ ਐਸ ਨੂੰ ਬਿਲੋਂਗ ਕਰਦੇ ਆ, ਇਹਦਾ ਮਤਲਬ L1 ਇਜ਼ ਪਰਪੈਂਡੀਕੂਲਰ ਟੂ L2 ਐਂਡ L2 ਇਜ਼ ਪਰਪੈਂਡੀਕੂਲਰ ਟੂ L3। ਤਾਂ ਇਹਦੇ ਨਾਲ ਕੀ ਪ੍ਰੂਵ ਹੋਏਗਾ, L1 ਤੇ L3 ਇੱਕ ਦੂਜੇ ਦੇ ਪੈਰਲਲ ਹੋ ਜਾਣਗੇ, ਨਾ ਕਿ ਪਰਪੈਂਡੀਕੂਲਰ। ਤਾਂ ਇਹਦਾ ਮਤਲਬ ਕੀ ਹੈ, L1 ਇਜ਼ ਨਾਟ ਪਰਪੈਂਡੀਕੂਲਰ ਟੂ L3। ਇਹਦਾ ਮਤਲਬ L1 L3 ਡਜ਼ ਨਾਟ ਬਿਲੋਂਗ ਟੂ ਐਸ। ਇਹ ਦੋਨੇ ਜਿਹੜੇ ਹੈਗੇ, ਇਹ ਵਾਲਾ ਜਿਹੜਾ ਐਲੀਮੈਂਟ ਹੈ ਇਹ ਐਸ ਨੂੰ ਬਿਲੋਂਗ ਨਹੀਂ ਕਰੇਗਾ। ਇਹਦਾ ਮਤਲਬ ਐਸ ਕੀ ਹੈ, ਟ੍ਰਾਂਜ਼ਿਟਿਵ ਨਹੀਂ ਹੈਗਾ, ਠੀਕ ਹੈ। ਨੈਕਸਟ ਹੈ ਡਿਟਰਮਿਨ ਵੈਦਰ ਈਚ ਆਫ ਦਾ ਫੋਲੋਇੰਗ ਰਿਲੇਸ਼ਨਸ ਆ। ਉਹੀ ਸਵਾਲ ਉਹੀ ਹੈ, ਬਸ ਰਕਮਾਂ ਬਦਲੀ ਜਾਂਦੀਆਂ ਨੇ। ਤੁਸੀਂ ਬਸ ਇੰਨੀ ਗੱਲ ਹੀ ਜਾਂ ਹਰ ਇੱਕ ਵਾਰੀ ਇਹੀ ਕਰਨੀ ਹੈ, ਤਿੰਨ ਚੀਜ਼ਾਂ ਹੀ, ਇਹੀ ਸਵਾਲ ਇਹਦੇ ਵਿੱਚ ਬਣਦਾ ਇੱਕ ਵੱਡਾ। ਰਿਲੇਸ਼ਨ ਸਾਨੂੰ ਦਿੱਤਾ ਹੋਇਆ ਐਕਸ ਵਾਈ, 3x minus 0 y equals to 0 on set A equals to 1 2 3 4 5 up to 14। ਇੱਕ ਫਾਈਨਾਈਟ ਸੈੱਟ ਹੈ, ਖਿਆਲ ਕਰ ਲਓ। ਇਹਦੇ ਅਸੀਂ ਇਹਦੇ ਜਿਹੜੇ ਐਲੀਮੈਂਟਸ ਨੂੰ ਅਸੀਂ ਲਿਸਟ ਕਰ ਸਕਦੇ ਹਾਂ। ਜਦੋਂ ਫਾਈਨਾਈਟ ਸੈੱਟ ਹੋਵੇ ਤਾਂ ਉਹਨੂੰ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਈਜ਼ੀਲੀ। ਤਾਂ ਲਿਖ ਲਓ ਵੀ ਆਹ ਸਾਡੇ ਕੋਲ ਐਕਸ ਵਾਈ ਕਦੋਂ ਆਉਣਗੇ, ਜਦੋਂ 3x ਬਰਾਬਰ ਹੋਵੇ y ਦੇ, 3x ਬਰਾਬਰ ਹੋਵੇ y ਦੇ, ਕਿਉਂਕਿ ਆ y ਨੂੰ ਉੱਧਰ ਲੈ ਜਾਵਾਂਗੇ। 3x minus y equals to 0, ਇਹਦਾ ਮਤਲਬ 3x equals to y ਜਾਂ y equals to 3x ਲਿਖ ਲਓ। ਹੁਣ ਇਹ 'ਚ x ਦੀ ਵੈਲਿਊ ਭਰੀ ਚੱਲੋ, ਇਹਨਾਂ ਚੋਂ 1 2 3। x ਦੀ ਵੈਲਿਊ ਜਦੋਂ ਅਸੀਂ 1 ਭਰਾਂਗੇ y ਦੀ ਵੈਲਿਊ 3 ਆ ਜਾਊਗੀ, ਤਾਂ ਇੱਕ ਤਾਂ ਐਲੀਮੈਂਟ ਬਣ ਗਿਆ 1 3। ਜਦੋਂ ਅਸੀਂ x ਦੀ ਵੈਲਿਊ 2 ਭਰਾਂਗੇ ਇਹਦੇ 'ਚ, ਤਾਂ 3 ਦੂਣੀ y ਦੀ ਵੈਲਿਊ ਹੋ ਜਾਏਗੀ 6, ਤਾਂ ਇਹ 'ਚ 2 6। ਜਦੋਂ x ਦੀ ਵੈਲਿਊ 3 ਭਰਾਂਗੇ ਤਾਂ ਹੋ ਜਾਊਗਾ 3 9। ਦੇਖੋ ਜਦੋਂ x ਦੀ ਵੈਲਿਊ 4 ਭਰਾਂਗੇ ਤਾਂ y ਦੀ ਵੈਲਿਊ ਹੋ ਜਾਏਗੀ 12। ਸੋ ਇਸ ਤਰੀਕੇ ਨਾਲ r ਦਾ ਸਾਡੇ ਕੋਲ r ਨੂੰ ਅਸੀਂ r ਦੇ ਐਲੀਮੈਂਟਸ ਨੂੰ ਲਿਸਟ ਕਰ ਲਿਆ, x ਦੀਆਂ ਵੈਲਿਊਜ਼ ਫਿਲ ਕਰ ਕਰਕੇ। ਹੁਣ ਜੇ y ਦੀ ਵੈਲਿਊ ਇਸ ਤੋਂ ਅਗਾਂਹ ਭਰੀਏ, ਮੰਨ ਲਓ x ਦੀ ਵੈਲਿਊ ਹੋਰ ਅੱਗੇ ਭਰੀਏ, ਆਪਾਂ 4 ਤੱਕ ਭਰੀ ਸੀ, ਜੇ x ਦੀ ਵੈਲਿਊ 5 ਭਰੀਏ ਤਾਂ ਇਹ 15 ਹੋ ਜਾਏਗਾ। 15 y ਦੀ ਵੈਲਿਊ ਹੋ ਨਹੀਂ ਸਕਦੀ, ਕਿਉਂਕਿ y ਕੀ x y ਦੋਨੇ ਕੀ ਨੇ, ਇਹਦੇ ਐਲੀਮੈਂਟ ਹੈ, ਤਾਂ y ਦੀ ਤਾਂ ਵੈਲਿਊ ਹੀ 14 ਤੱਕ ਹੋ ਸਕਦੀ ਹੈ। x ਤੇ y ਦੋਵਾਂ ਦੀ ਵੈਲਿਊ 14 ਤੱਕ ਹੀ ਹੋ ਸਕਦੀ ਹੈ। ਤਾਂ x ਦੀਆਂ ਤਾਂ ਚਲੋ ਅਸੀਂ ਹੋਰ ਵੈਲਿਊਜ਼ ਭਰ ਸਕਦੇ ਸੀ, ਫਿਰ y ਦੀਆਂ ਵੈਲਿਊਜ਼ ਨਹੀਂ ਨਿਕਲਣਗੀਆਂ। ਤਾਂ ਇੱਥੇ ਤਾਂ ਐਲੀਮੈਂਟ ਉਹੀ ਆਉਣਗੇ ਜਿਹੜੇ x y ਦੋਵੇਂ ਸਾਡੇ ਕੋਲੇ ਹੋਣਗੇ, ਤਾਂ ਠੀਕ ਹੈ ਕਿ ਨਹੀਂ। ਤਾਂ ਆਹ 4 ਹੀ ਐਲੀਮੈਂਟ ਇਹਦੇ ਵਿੱਚ ਬਣਨਗੇ। ਗਾਂ ਅਸੀਂ ਵੈਲਿਊ x ਦੀ ਹੋਰ ਪੁੱਟ ਨਹੀਂ ਕਰਨੀ ਹੈ, ਖਿਆਲ ਰੱਖਣਾ। 5 ਨਾ ਪੁੱਟ ਕਰਦੇ ਹੋ, 5 ਪੁੱਟ ਕਰਨ ਨਾਲ ਜਿਹੜਾ ਹੈਗਾ y ਦਾ ਮੁੱਲ 15 ਹੋ ਜਾਊਗਾ, 6 ਪੁੱਟ ਕਰਨ ਨਾਲ y ਦਾ ਮੁੱਲ 18 ਹੋ ਜਾਊਗਾ। ਇਹ ਤਾਂ ਵੈਲਿਊਜ਼ ਹੀ ਹੈ ਨਹੀਂ ਆ ਇਹਦੇ ਵਿੱਚ, ਠੀਕ ਹੈ ਕਿ ਨਹੀਂ। ਤਾਂ ਹੁਣ ਤੁਹਾਨੂੰ ਇੱਕ ਵਾਰੀ ਹੋਰ ਇਹਨੂੰ ਮਾੜਾ ਜਿਹਾ ਹੋਰ ਕਲੀਅਰ ਕਰਦੇ ਹਾਂ ਤੁਹਾਨੂੰ, ਵੀ ਆਹ ਏ ਸੈੱਟ ਆ ਸਾਡਾ, ਆ ਵੀ ਏ ਸੈੱਟ ਹੈ, ਜਿਹੜਾ ਰਿਲੇਸ਼ਨ ਹੈ A to A ਹੀ ਹੈ ਸਾਡੇ ਕੋਲ, ਹੈਗਾ ਨਾ। ਰਿਲੇਸ਼ਨ R ਹੈ ਜਿਹੜਾ, ਉਹ ਕੀ ਹੈ, A ਤੋਂ A ਹੀ ਹੈ। ਇੱਧਰ ਹੈਗਾ 1 ਤੋਂ ਲੈ ਕੇ ਇੱਦਾਂ ਕਰਕੇ 14 ਤੱਕ, ਇੱਧਰ ਵੀ ਹੈਗਾ 1 2 3 4 ਐਂਡ 14 ਤੱਕ। 1 ਦਾ ਰਿਲੇਸ਼ਨ 3 ਨਾਲ ਹੈ ਇੱਥੇ, ਹੈਗਾ ਕਿ ਨਹੀਂ। 2 ਦਾ ਰਿਲੇਸ਼ਨ ਹੈਗਾ 6 ਨਾਲ, 3 ਦਾ ਰਿਲੇਸ਼ਨ ਹੈਗਾ 9 ਨਾਲ, 4 ਦਾ ਰਿਲੇਸ਼ਨ ਹੈਗਾ 12। ਹੁਣ ਜਿਹੜਾ 5 ਆ ਉਹਦਾ ਰਿਲੇਸ਼ਨ ਇੱਥੇ ਕਿਹਦੇ ਨਾਲ ਬਣੇਗਾ, ਹੈ ਹੀ ਨਹੀਂ ਇੱਥੇ, 15 ਹੈ ਹੀ ਨਹੀਂ ਇਹਦੇ 'ਚ।
ਤਾਂ 5 ਦਾ ਰਿਲੇਸ਼ਨ ਕਿਵੇਂ ਬਣੇਗਾ ਇਹਦੇ ਵਿੱਚ? ਰਿਲੇਸ਼ਨ ਤਾਂ ਹੀ ਬਣੇਗਾ ਨਾ 15 ਇੱਥੇ ਹੋਏਗਾ ਤਾਂ x ਤੇ y, ਆ x ਸਾਡਾ ਸਮਝ ਲਓ, ਆ y ਹੋ ਜਾਏਗਾ, ਆ y ਦੀਆਂ ਵੈਲਿਊਜ਼ x ਦੀਆਂ y ਦੀਆਂ ਵੈਲਿਊਜ਼ ਵੀ ਇੱਥੇ ਤੱਕ ਹੀ ਆ, ਤਾਂ y x ਦੀਆਂ ਵੈਲਿਊਜ਼ ਵੀ ਉੱਥੇ ਤੱਕ ਹੀ ਆ। ਤਾਂ ਇਹਦੇ ਵਿੱਚ ਜਿਹੜੀਆਂ ਹੈਗੀਆਂ ਉਹ ਆਨਸਰ 15 ਨਹੀਂ ਆ ਸਕਦਾ, ਇੱਥੋਂ ਤੱਕ ਹੀ ਆਏਗਾ। ਠੀਕ ਹੈ, ਹੁਣ ਚੈੱਕ ਕਰ ਲਓ ਰਿਫਲੈਕਸਿਵ, ਟ੍ਰਾਂਜ਼ਿਟਿਵ ਵਗੈਰਾ, ਕੀ ਇਹ ਰਿਫਲੈਕਸਿਵ ਹੈਗਾ? ਨਹੀਂ ਹੈਗਾ, ਕਿਉਂਕਿ ਸਾਡੇ ਕੋਲ ਇੱਕ ਹੀ ਸੀਗਾ, 1 ਤੋਂ ਲੈ ਕੇ 14 ਤੱਕ ਸੀ, ਤੇ ਸਾਰਿਆਂ ਦਾ ਆਪਦੇ ਆਪ ਨਾਲ ਰਿਲੇਸ਼ਨ ਬਣਨਾ ਚਾਹੀਦਾ ਸੀ। 1 1 2 2 3 3 4 4 5 5 ਸਾਰੇ ਆਉਣੇ ਚਾਹੀਦੇ ਸੀ, ਤਾਂ ਇੱਕ ਵੀ ਨਹੀਂ ਆਇਆ। ਠੀਕ ਹੈ ਕਿ ਨਹੀਂ? ਤਾਂ ਅਸੀਂ ਲਿਖਾਂਗੇ ਆਰ ਇਜ਼ ਨਾਟ ਰਿਫਲੈਕਸਿਵ। ਉਦਾਹਰਨ ਅਸੀਂ ਇੱਕ ਦਾ ਹੀ ਦੇਵਾਂਗੇ, ਸਾਰਿਆਂ ਦਾ ਨਹੀਂ ਲਿਖਣਾ, ਕਿਉਂਕਿ ਏ 1 ਬਿਲੋਂਗਸ ਟੂ ਏ ਹੈ, ਤੇ ਪਰ 1 1 ਬਿਲੋਂਗਸ ਟੂ ਆਰ ਹੈ ਨਹੀਂਗਾ। ਠੀਕ ਹੈ ਕਿ ਨਹੀਂ? ਇੱਥੇ ਅਸੀਂ ਇੱਕ ਦਾ ਹੀ ਵੇਰਵਾ ਪਾ ਕੇ ਸਾਰ ਦਿਆਂਗੇ। ਜਦੋਂ ਨਾਟ ਰਿਫਲੈਕਸਿਵ ਲਿਖਣਾ ਹੋਵੇ ਤਾਂ ਸਿਰਫ ਇੱਕ ਐਗਜ਼ਾਮਪਲ ਦਿੱਤੇ ਹੀ ਕਾਫੀ ਹੁੰਦਾ। ਤਾਂ ਸਾਰੇ ਐਗਜ਼ਾਮਪਲ ਨਹੀਂ ਦੇਣ ਦੀ ਲੋੜ ਵੀ 1 ਬਿਲੋਂਗਸ ਟੂ ਏ ਹੈਗਾ, 1 1 ਡਜ਼ ਨਾਟ ਬਿਲੋਂਗ ਟੂ ਏ, 2 ਬਿਲੋਂਗਸ ਟੂ ਏ ਹੈਗਾ, 2 2 ਡਜ਼ ਨਾਟ ਬਿਲੋਂਗ ਟੂ ਆਰ, 3 ਬਿਲੋਂਗਸ ਟੂ ਏ ਹੈਗਾ, 3 3 ਡਜ਼ ਨਾਟ ਬਿਲੋਂਗ। ਇੰਨਾ ਕੁਝ ਲਿਖਣ ਦੀ ਨਹੀਂ ਸਾਨੂੰ ਜ਼ਰੂਰਤ। ਜੇ ਇੱਕ ਵੀ ਹੈ ਨਹੀਂ ਤਾਂ ਬਸ ਰਿਫਲੈਕਸਿਵ ਹੈ ਨਹੀਂਗਾ, ਗੱਲ ਖਤਮ, ਝਗੜਾ ਪਾਰ। ਇਸੇ ਤਰ੍ਹਾਂ ਸਿਮੈਟਰੀ ਚੈੱਕ ਕਰਦੇ ਹਾਂ। ਸਿਮੈਟਰੀ ਵਾਸਤੇ ਕੀ ਹੈ? ਉਲਟ ਐਲੀਮੈਂਟ ਹੋਣੇ ਚਾਹੀਦੇ। 1 3 ਹੈ ਤਾਂ 3 1 ਹੋਣਾ ਚਾਹੀਦਾ। 3 1 ਹੈਗਾ ਕਿਤੇ? ਨਹੀਂ ਹੈਗਾ। ਇਹਦਾ ਮਤਲਬ ਇਹ ਵੀ ਸਿਮੈਟ੍ਰਿਕ ਵੀ ਹੈ ਨਹੀਂ। ਇਸੇ ਤਰ੍ਹਾਂ 2 6 ਹੈ ਤਾਂ 6 2 ਹੈ ਨਹੀਂਗਾ, ਬਾਕੀ ਦੇ ਲਿਖਣ ਦੀ ਸਾਨੂੰ ਜ਼ਰੂਰਤ ਨਹੀਂ। ਇਸੇ ਤਰ੍ਹਾਂ ਹੁਣ ਚੈੱਕ ਕਰੋ ਅੱਗੇ, 1 3 ਹੈਗਾ, ਫਿਰ ਇਸ ਤੋਂ ਬਾਅਦ 3 9 ਵੀ ਹੈਗਾ। 3 ਦਾ 9 ਨਾਲ ਰਿਲੇਸ਼ਨ ਹੈਗਾ, 1 ਦਾ 3 ਨਾਲ ਰਿਲੇਸ਼ਨ ਹੈ, 3 ਦਾ 9 ਨਾਲ, ਪਰ 1 ਦਾ 9 ਨਾਲ ਰਿਲੇਸ਼ਨ ਇਹਦੇ ਵਿੱਚ ਨਹੀਂ ਹੈਗਾ, ਦੇਅਰਫੋਰ ਇਹ ਟ੍ਰਾਂਜ਼ਿਟਿਵ ਨਹੀਂ ਹੈਗਾ। ਠੀਕ ਹੈ ਨਾ? ਤਾਂ ਇਹ ਕੀ ਬਣਿਆ? ਨਾ ਤਾਂ ਇਹ ਰਿਫਲੈਕਸਿਵ ਹੈ, ਤੇ ਨਾ ਹੀ ਸਿਮੈਟ੍ਰਿਕ ਹੈ, ਤੇ ਨਾ ਹੀ ਟ੍ਰਾਂਜ਼ਿਟਿਵ ਹੈ। ਨੈਕਸਟ ਸਾਡੇ ਕੋਲੇ r = xy। xy ਬਾਰੇ ਗਾਂ ਜਾਣਕਾਰੀ ਤੁਹਾਨੂੰ ਦਿੱਤੀ ਹੋਊਗੀ ਕਿੱਦਾਂ ਦੇ xy। y = x + 5। y ਕੀ ਹੈ? x ਤੋਂ 5 ਵੱਧ ਹੈ, ਤੇ x ਦੀ ਜਿਹੜੀ ਵੈਲਿਊ ਹੈ ਉਹ ਕੀ ਹੈ? 4 ਤੋਂ ਘੱਟ ਹੈ। ਹੁਣ 4 ਤੋਂ ਘੱਟ ਤੱਕ ਹੁਣ ਗਾਂ ਹੋਰ ਜਾਣਕਾਰੀ ਦਿੱਤੀ ਹੋਣੀ ਹੈ। x y ਦੋਨੇ ਨੈਚੁਰਲ ਨੰਬਰ ਹੈ, x ਨੈਚੁਰਲ ਨੰਬਰ ਹੈ ਜਾਨੀ, ਤਾਂ x ਨੈਚੁਰਲ ਹੈ, ਤਾਂ x ਦੀ ਵੈਲਿਊ 4 ਤੋਂ ਘੱਟ ਵੀ ਹੈ ਤੇ ਨੈਚੁਰਲ ਵੀ ਹੈ। ਤਾਂ x ਦੀਆਂ ਕੀ ਵੈਲਿਊਜ਼ ਹੋ ਸਕਦੀਆਂ? 1 2 ਤੇ 3, ਇੰਨੀਆਂ ਹੀ ਹੋ ਸਕਦੀਆਂ। x ਇੱਕ ਨੈਚੁਰਲ ਨੰਬਰ ਵੀ ਹੈ ਤੇ 4 ਤੋਂ ਛੋਟਾ ਵੀ ਹੈ। ਤਾਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਬੇਟੇ ਕੁਐਸਚਨ ਕਾਲ। ਇੱਕ ਤਾਂ ਅਸੀਂ ਨਾ ਇਹਨੂੰ ਦੇਖ ਕੇ ਘਬਰਾ ਜਾਂਦੇ ਹਾਂ, ਬਹੁਤ ਵਾਰੀ ਮੈਂ ਦੇਖਿਆ ਬੱਚਿਆਂ ਨੂੰ, ਬਸ ਆ XY ਜਾਂ ਜਿੱਥੇ ਕਿਤੇ ਲਿਖਿਆ ਹੈ ਕੌਮੇ ਪਾ ਤੇ ਇਸ ਦਾ ਘਬਰਾ ਜਾਂਦੇ, ਪਤਾ ਨਹੀਂ ਕੀ ਹੈ। ਸਾਰੇ ਨੂੰ ਪੜ੍ਹ ਲਓ, ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਏਗੀ। y ਕੀ ਹੈ? x ਤੋਂ 5 ਵੱਡਾ, x ਜਿਹੜਾ 4 ਤੋਂ ਛੋਟਾ ਹੈ, ਤੇ XY ਨੈਚੁਰਲ ਨੰਬਰ ਹੈ। XY ਨੈਚੁਰਲ ਨੰਬਰ ਹੈ ਤੇ 4 ਤੋਂ ਛੋਟਾ। ਹੁਣ ਸਮਝ ਲਓ x 1 ਤੋਂ ਲੈ ਕੇ 3 ਤੱਕ ਹੋਏਗਾ। x ਦੀਆਂ ਵੈਲਿਊਜ਼ ਵਿੱਚ 1 ਤੋਂ ਲੈ ਕੇ 5 ਤੱਕ 3 ਤੱਕ ਭਰ ਲਓ। x ਦੀ ਵੈਲਿਊ 1 ਭਰਾਂਗੇ ਤਾਂ ਇਹ ਕੀ ਹੋ ਜਾਊਗਾ? 1 + 5 6 ਹੋ ਜਾਊਗਾ। ਤਾਂ x ਪਹਿਲਾ ਐਲੀਮੈਂਟ ਆ ਜਾਊਗਾ। ਇੱਥੇ ਵੈਲਿਊਜ਼ ਇੱਥੇ ਸਾਈਡ ਤੇ ਕਰ ਕਰਕੇ ਦੇਖ ਸਕਦੇ ਹੋ। ਜਦੋਂ x ਦੀ ਵੈਲਿਊ 1 ਹੋਏਗੀ ਤਾਂ y ਦੀ ਵੈਲਿਊ ਕੀ ਹੋਏਗੀ? 1 + 5 6 ਹੋ ਜਾਏਗੀ। ਜਦੋਂ x ਦੀ ਵੈਲਿਊ 2 ਹੋਏਗੀ, y ਦੀ ਵੈਲਿਊ ਕੀ ਹੋ ਜਾਏਗੀ? 2 + 5 7 ਹੋ ਜਾਏਗੀ। ਜਦੋਂ x ਦੀ ਵੈਲਿਊ 3 ਹੋਏਗੀ, y ਦੀ ਵੈਲਿਊ ਹੋ ਜਾਏਗੀ 3 + 5, ਕਿਉਂਕਿ y ਦੀ ਸਾਨੂੰ ਦਿੱਤੀ ਹੋਈ ਨਾ ਕੁਐਸਚਨ ਦੇ ਵਿੱਚ x + 5, ਇੱਦਾਂ ਕਰਕੇ। ਤਾਂ ਜਿਵੇਂ ਦਿੱਤਾ ਉਹਦੇ 'ਚ ਵੈਲਿਊਜ਼ ਪੁੱਟ ਕਰੀ ਜਿਹਨੇ x ਦੀਆਂ ਵੈਲਿਊਜ਼ ਇਹ 'ਚ ਪੁੱਟ ਕਰੀ ਚਲੋ, ਗੱਲ ਖਤਮ, ਝਗੜਾ ਪਾ। ਤਾਂ ਆ ਪਹਿਲਾ ਐਲੀਮੈਂਟ ਬਣ ਗਿਆ 1, 6, ਫਿਰ ਬਣ ਗਿਆ 2, 7, ਫਿਰ ਬਣ ਗਿਆ 3, 8। ਆਹੀ ਐਲੀਮੈਂਟਸ ਇੱਥੇ ਮੈਂ ਲਿਖੇ ਹੋਏ ਨੇ। ਠੀਕ ਹੈ ਨਾ? ਹੁਣ ਦੇਖ ਲਓ ਰਿਫਲੈਕਸਿਵ ਹੈਗਾ ਕਿ ਨਹੀਂ। ਰਿਫਲੈਕਸਿਵ ਹੋਣ ਵਾਸਤੇ ਕੀ ਹੋਣਾ ਚਾਹੀਦਾ ਸੀਗਾ? ਸਾਰੇ ਨੈਚੁਰਲ ਨੰਬਰ ਆਉਣਾ ਦਾ ਆਪਦੇ ਆਪਣਾ ਰਿਲੇਸ਼ਨ ਬਣਨਾ ਚਾਹੀਦਾ। 1 1 2 2 3 3 ਆਉਣਾ ਚਾਹੀਦਾ ਸੀ, ਹੈ ਨਹੀਂਗਾ। ਸਿਮੈਟਰੀ ਵੀ ਹੈ ਨਹੀਂ, 1 6 ਹੈਗਾ, 6 1 ਹੈ ਨਹੀਂਗਾ। ਟ੍ਰਾਂਜ਼ਿਟਿਵ ਹੈਗਾ। ਟ੍ਰਾਂਜ਼ਿਟਿਵ ਕਿਉਂ ਹੈਗਾ? ਆਪਾਂ ਗੱਲ ਕੀਤੀ ਸੀ ਸ਼ੁਰੂ 'ਚ ਵੀ 1 6 ਹੈਗਾ, ਪਰ 6 ਦਾ ਗਾਂ ਕਿਸੇ ਨਾਲ ਰਿਲੇਸ਼ਨ ਨਹੀਂ। 2 7 ਹੈਗਾ, 7 ਦਾ ਕਿਸੇ ਨਾਲ ਗਾਂ ਰਿਲੇਸ਼ਨ ਨਹੀਂ। 3 8 ਹੈਗਾ, 8 ਦਾ ਗਾਂ ਕਿਸੇ ਨਾਲ ਰਿਲੇਸ਼ਨ ਨਹੀਂ। ਤਾਂ ਉਹ ਚੀਜ਼ ਤਾਂ ਬਣੀ ਹੋਈ ਨਹੀਂ ਜਿਹੜਾ ਆਪਾਂ ਲੈਂਦੇ ਹੁੰਦੇ A B B C ਬਿਲੋਂਗਸ ਟੂ, ਆਪਾਂ ਲੈਂਦੇ ਹੁੰਦੇ ਨਾ A, B, ਫਿਰ ਲੈਂਦੇ ਹੁੰਦੇ ਆ B, C ਬਿਲੋਂਗਸ ਟੂ R ਹੋਵੇ ਤੇ ਅਸੀਂ ਪ੍ਰੂਵ ਕਰਦੇ ਹੁੰਦੇ ਆ A, C ਬਿਲੋਂਗਸ ਟੂ R। ਜੇ ਆ ਚੀਜ਼ ਹੈਗੀ ਹੈ ਤਾਂ ਆ ਹੋਣੀ ਚਾਹੀਦੀ ਹੈ। ਜੇ ਆਹੀ ਹੈ ਨਹੀਂ ਗੀ ਤਾਂ ਫਿਰ ਆ ਭਾਵੇਂ ਹੋਵੇ ਨਾ ਹੋਵੇ, ਫਿਰ ਇਹ ਟ੍ਰਾਂਜ਼ਿਟਿਵ ਹੀ ਹੈ। ਹੁਣ ਇੱਥੇ ਦੇਖੋ 1 6 ਹੈਗਾ, ਬਟ 6 ਦਾ ਗਾਂ ਕਿਸੇ ਨਾਲ ਰਿਲੇਸ਼ਨ ਨਹੀਂ। 2 7 ਹੈਗਾ, ਬਟ 7 ਦਾ ਗਾਂ ਕਿਸੇ ਨਾਲ ਰਿਲੇਸ਼ਨ ਨਹੀਂ। 3 8 ਹੈਗਾ, 8 ਦਾ ਗਾਂ ਕਿਸੇ ਨਾਲ ਰਿਲੇਸ਼ਨ ਨਹੀਂ ਹੈਗਾ। ਇਹਦਾ ਮਤਲਬ ਕੀ ਹੈ? ਇਹ ਟ੍ਰਾਂਜ਼ਿਟਿਵ ਹੈਗਾ। We see that 1 6 belongs to R, but no other ordered pair is there that contains first element as 6. Same is the case
ਫॉर द ਰੈਸਟ ਆਫ द ਆਰਡਰਡ ਪੇਅਰਸ। ਜਿਹੜਾ 1 6 ਵਾਸਤੇ ਆਪਾਂ ਪੂਰਾ ਸਮਝਾਤਾ, ਹੁਣ ਬਾਕੀਆਂ ਵਾਸਤੇ ਸਮਝਾਉਣ ਦੀ ਨਹੀਂ ਲੋੜ, ਆਪਾਂ ਆਹੀ ਲਿਖ ਦਾਂਗੇ, ਆਹੀ ਗੱਲ ਬਾਕੀਆਂ ਵਾਸਤੇ ਵੀ ਹੈ, ਠੀਕ ਹੈ ਕਿ ਨਹੀਂ। ਇਸ ਕਰਕੇ ਆਰ ਕੀ ਹੈ, ਟ੍ਰਾਂਜ਼ਿਟਿਵ ਹੈ। ਸੋ ਇੰਪੋਰਟੈਂਟ ਕੁਐਸਚਨ ਜਿਹੜੇ ਆਹ ਇੰਪੋਰਟੈਂਟ ਜਿਹੜਾ ਹੁਣ ਕਰਨ ਲੱਗੇ, ਬਹੁਤ ਵਾਰੀ ਕੁਐਸਚਨ ਆਇਆ ਹੋਇਆ ਪੇਪਰ ਦੇ ਵਿੱਚ, ਐਕਸ ਵਾਈ ਆਰ ਇਕੁਅਲਸ ਟੂ ਐਕਸ ਵਾਈ, ਕਿੱਦਾਂ ਦੇ ਐਕਸ ਵਾਈ ਹੈ, ਐਕਸ ਮਾਈਨਸ ਵਾਈ ਇਜ਼ ਐਨ ਇੰਟੀਜਰ। ਐਕਸ ਦੇ ਵਿੱਚੋਂ ਜੇ ਅਸੀਂ ਵਾਈ ਘਟਾਈਏ ਤਾਂ ਇੰਟੀਜਰ ਆਉਂਦਾ ਹੈ, ਠੀਕ ਹੈ ਕਿ ਨਹੀਂ। ਵੇਅਰ ਐਕਸ ਵਾਈ ਬਿਲੋਂਗਸ ਟੂ ਜ਼ੈਡ, ਜ਼ੈਡ ਕੀ ਹੁੰਦਾ ਹੈ, ਸੈਟ ਆਫ ਇੰਟੀਜਰਸ ਹੁੰਦਾ ਹੈ, ਤਾਂ ਐਕਸ ਵਾਈ ਵੀ ਇੰਟੀਜਰਸ ਨੇ, ਉਹਨਾਂ ਨੂੰ ਘਟਾਏ ਤੋਂ ਇੰਟੀਜਰ ਹੀ ਆਉਣਾ, ਸਾਨੂੰ ਪਤਾ ਹੈ, ਠੀਕ ਹੈ ਕਿ ਨਹੀਂ। ਹੁਣ ਅਸੀਂ ਇਹਦੀ ਰਿਫਲੈਕਸੀਵਿਟੀ ਚੈੱਕ ਕਰਦੇ ਹਾਂ, ਤਾਂ ਰਿਫਲੈਕਸੀਵਿਟੀ ਵਾਸਤੇ ਅਸੀਂ ਕੀ ਪ੍ਰੂਵ ਕਰਨਾ ਹੁੰਦਾ, ਆਪਾਂ ਐਕਸ ਐਕਸ ਬਿਲੋਂਗਸ ਟੂ ਪ੍ਰੂਵ ਕਰਨਾ ਹੁੰਦਾ ਵੀ ਇਹਦੇ ਨਾਲ ਹੈਗਾ, ਯਾਨੀ ਇੱਥੇ y ਦੀ ਥਾਂ ਤੇ ਕੀ ਅਸੀਂ x ਲਿਖ ਸਕਦੇ ਹਾਂ। ਜੇ ਅਸੀਂ ਲਿਖੀਏ ਇੱਥੇ x ਤੇ ਬਣ ਜਾਊਗਾ x ਮਾਈਨਸ x, ਤਾਂ ਉਹਦੀ ਵੈਲਿਊ ਕੀ ਹੁੰਦੀ ਹੈ 0, ਤੇ 0 ਇੱਕ ਇੰਟੀਜਰ ਹੈ। ਜੇ ਇੰਟੀਜਰ ਹੈਗਾ ਤਾਂ ਇਹਦਾ ਮਤਲਬ x x ਬਿਲੋਂਗਸ ਟੂ r ਹੋਏਗਾ, ਤਾਂ ਇਹਦਾ ਮਤਲਬ r ਇਜ਼ ਰਿਫਲੈਕਸਿਵ। ਕੋਈ ਮਰਜ਼ੀ ਇੰਟੀਜਰ ਲਿਖ ਲਓ, ਉਹਦੇ ਨਾਲ ਜਦੋਂ ਦੂਜਾ 1 1 ਲਿਖਿਆ ਜਾ ਸਕਦਾ, 2 2 ਲਿਖਿਆ ਜਾ ਸਕਦਾ, -1 -1 ਲਿਖਿਆ ਜਾ ਸਕਦਾ, ਕਿਉਂਕਿ ਜਦੋਂ ਇਹਨਾਂ ਨੂੰ ਮਾਈਨਸ ਕਰਾਂਗੇ 0 ਆਏਗਾ, ਤੇ 0 ਵੀ ਤਾਂ ਇੰਟੀਜਰ ਹੈ, ਤੇ ਜੇ ਇੰਟੀਜਰ ਹੈ ਤਾਂ ਇਹਦਾ ਮਤਲਬ r ਨੂੰ ਬਿਲੋਂਗ ਕਰੇਗਾ। ਜੇ x ਮਾਈਨਸ y ਕਰੇ ਤੋਂ ਇੰਟੀਜਰ ਆਉਂਦਾ ਹੈ ਤਾਂ ਉਹ ਜਿਹੜਾ ਹੈਗਾ r ਨੂੰ ਬਿਲੋਂਗ ਕਰੇਗਾ। ਬਸ ਇੰਨੀ ਜੀ ਕਹਾਣੀ ਆ। ਹੁਣ x y ਸਿਮੈਟਰੀ ਚੈੱਕ ਕਰਨੀ ਹੈ। ਸਿਮੈਟਰੀ ਅਸੀਂ ਲੈ ਲਿਆ x y ਬਿਲੋਂਗਸ ਟੂ r, ਤੇ ਜੇ ਅਸੀਂ ਪ੍ਰੂਵ ਕਰ ਦਈਏ y x ਬਿਲੋਂਗਸ ਟੂ r, ਤਾਂ ਇਹਦਾ ਮਤਲਬ ਸਿਮੈਟ੍ਰਿਕ ਹੈ। ਆਹ ਸਾਥੋਂ ਇੱਥੋਂ ਸ਼ੁਰੂ ਕਰਨਾ, ਇੱਥੇ ਖਤਮ ਕਰਨਾ, ਇਹ ਤਾਂ ਹਰ ਵਾਰੀ ਇੱਦਾਂ ਹੀ ਹੈ। ਦੇਖੋ ਵਿਚਾਲੇ ਇਹਦੀ ਅਸੀਂ ਡੈਫੀਨੇਸ਼ਨ ਯੂਜ਼ ਕਰਦੇ ਹਾਂ ਵੀ ਐਕਸ ਵਾਈ ਬਿਲੋਂਗਸ ਟੂ ਆਰ, ਤਾਂ ਐਕਸ ਵਾਈ ਦੀ ਕੀ ਖਾਸੀਅਤ ਹੋਣੀ ਚਾਹੀਦੀ ਹੈ, ਐਕਸ ਮਾਈਨਸ ਵਾਈ ਇੱਕ ਇੰਟੀਜਰ ਹੋਣਾ ਚਾਹੀਦਾ ਹੈ। ਤਾਂ ਅਸੀਂ ਲੈ ਲਿਆ ਐਕਸ ਮਾਈਨਸ ਵਾਈ ਬਰਾਬਰ ਐਮ, ਐਮ ਇੱਕ ਇੰਟੀਜਰ ਹੈ, ਠੀਕ ਹੈ ਕਿ ਇਹਨੂੰ ਕੁਝ ਐਕਸ ਤੋਂ ਵਾਈ ਘਟਾਵਾਂਗੇ ਕੋਈ ਇੰਟੀਜਰ ਆਊਗਾ ਕਿ ਨਾ, ਅਸੀਂ ਲੈ ਲਿਆ ਵੀ ਉਹ ਐਮ ਆਊਗਾ, ਠੀਕ ਹੈ ਕਿ ਨਹੀਂ। ਤੇ ਜੇ ਅਸੀਂ ਵਾਈ ਮਾਈਨਸ ਐਕਸ ਕਰੀਏ ਤਾਂ ਕੀ ਹੋ ਜਾਏਗਾ, ਮਾਈਨਸ ਐਮ। ਹੁਣ ਤੁਸੀਂ ਕੋਈ ਵੀ ਇੰਟੀਜਰ ਲੈ ਲਓ, ਕੋਈ ਦੋ ਇੰਟੀਜਰਸ ਲੈ ਲਓ, 3 ਮਾਈਨਸ 4 ਲੈ ਲਓ, ਸੀ 3 ਚੋਂ 4 ਘਟਾਵਾਂਗੇ ਤਾਂ ਕੀ ਆਏਗਾ, -1, ਤੇ ਜੇ ਅਸੀਂ 4 ਚੋਂ 3 ਘਟਾਵਾਂਗੇ ਤਾਂ ਕੀ ਆਏਗਾ, +1। ਇੱਕ ਦੂਜੇ ਦੇ ਉਲਟ ਸਾਈਨ ਆ ਜਾਣਗੇ। ਜੇ ਅਸੀਂ 5 ਤੇ 2 ਲੈ ਲਈਏ, 5 ਤੇ 2, 5 ਚੋਂ 2 ਘਟਾਵਾਂਗੇ ਤਾਂ 3 ਆਉਣਗੇ, ਤੇ ਜੇ 2 ਚੋਂ 5 ਘਟਾਵਾਂਗੇ ਤਾਂ -3 ਆ ਜਾਣਗੇ। ਤਾਂ ਇਹਨਾਂ ਦੇ ਸਾਈਨ ਉਲਟ ਜਾਣਗੇ, ਹੋਰ ਕੀ ਹੋਏਗਾ, ਉਲਟ ਘਟਾਉਣ ਨਾਲ ਕੋਈ ਫਰਕ ਨਹੀਂ ਪੈਣਾ, ਇੰਟੀਜਰ ਹੀ ਆਏਗਾ। ਜੇ x ਚੋਂ y ਘਟਾਇਆ ਤੇ m ਆਇਆ, ਤਾਂ y ਚੋਂ ਜੇ x ਘਟਾਵਾਂਗੇ ਤਾਂ -m ਆ ਜਾਊਗਾ, ਉਹ ਵੀ ਇੱਕ ਇੰਟੀਜਰ ਹੈ। ਇਹ ਇੰਟੀਜਰ ਹੈ ਤਾਂ ਮਤਲਬ yx ਬਿਲੋਂਗਸ ਟੂ r ਹੈ, ਤੇ ਜੇ yx ਬਿਲੋਂਗਸ ਟੂ r ਹੈ ਤਾਂ ਇਹਦਾ ਮਤਲਬ r ਕੀ ਹੈ, ਸਿਮੈਟ੍ਰਿਕ ਹੈ। ਇਸੇ ਤਰ੍ਹਾਂ ਟ੍ਰਾਂਜ਼ਿਟਿਵਿਟੀ, xy yz ਬਿਲੋਂਗਸ ਟੂ r ਲੈ ਲਿਆ ਸੀ, ਠੀਕ ਹੈ ਕਿ ਆਹ ਦੋ ਐਲੀਮੈਂਟ ਇੱਦਾਂ ਦੇ ਲੈ ਲਏ ਜਿਹੜੇ ਬਿਲੋਂਗਸ ਟੂ r ਸੀ। ਤੇ ਜੇ xy ਬਿਲੋਂਗਸ ਟੂ r ਹੈ ਤਾਂ ਇਹਦਾ ਮਤਲਬ x ਮਾਈਨਸ y ਕੋਈ ਇੰਟੀਜਰ ਆਏਗਾ, ਤੇ y ਮਾਈਨਸ z ਵੀ ਕੋਈ ਇੰਟੀਜਰ ਆਏਗਾ। ਅਸੀਂ ਲਿਖ ਲਿਆ x ਮਾਈਨਸ y ਇਕੁਅਲਸ ਟੂ m ਅਤੇ y ਮਾਈਨਸ z ਇਕੁਅਲਸ ਟੂ n। ਤੇ ਇੱਥੇ mn ਬਾਰੇ ਜਾਣਕਾਰੀ ਨਾਲ ਦੀ ਨਾਲ ਦੇ ਦੇਣੀ ਵੀ mn ਕੀ ਨੇ, ਇੰਟੀਜਰਸ ਨੇ, ਕਿਉਂਕਿ ਇਹਨਾਂ ਨੂੰ ਘਟਾ ਕੇ ਇੰਟੀਜਰਸ ਆਉਣਗੇ ਤਾਂ ਹੀ r ਦਾ ਐਲੀਮੈਂਟ ਹੋਏਗਾ। ਹੁਣ ਇਹਨਾਂ ਦੋਵਾਂ ਨੂੰ ਜੋੜ ਦਿਓ, ਇੱਥੇ ਥੋੜਾ ਜਿਹਾ ਆਹ ਸਟੈਪ ਥੋੜਾ ਤੁਹਾਨੂੰ ਯਾਦ ਰੱਖਣਾ ਪਏਗਾ ਵੀ ਅਸੀਂ ਕੀ ਕਰਨਾ, ਇਹਨਾਂ ਨੂੰ ਜੋੜ ਦੇਣਾ ਦੋਵਾਂ ਨੂੰ, x ਮਾਈਨਸ y ਪਲੱਸ y ਮਾਈਨਸ z। ਇਹ ਕੀ ਹੋ ਜਾਣਗੇ, ਇੱਧਰਲੇ ਸੱਜੇ ਪਾਸੇ ਰਾਈਟ ਹੈਂਡ ਸਾਈਡ ਤੇ m ਤੇ n ਦਾ ਜੋੜ ਹੋ ਜਾਏਗਾ। ਹੁਣ ਜਦੋਂ ਅਸੀਂ ਆਹ ਬ੍ਰੈਕਟ ਓਪਨ ਕਰਾਂਗੇ ਤਾਂ x ਮਾਈਨਸ y ਪਲੱਸ y ਮਾਈਨਸ z, ਆ ਪਲੱਸ z ਤੇ ਮਾਈਨਸ z ਆਪਸ 'ਚ ਖਤਮ ਹੋ ਜਾਣਗੇ। ਕੀ ਰਹਿ ਜਾਊਗਾ, x ਮਾਈਨਸ z ਇਕੁਅਲਸ ਟੂ ਕੀ ਆ ਜਾਊਗਾ, m ਪਲੱਸ n। ਤੇ m ਪਲੱਸ n ਕੀ ਹੈ, ਦੋ ਇੰਟੀਜਰਸ ਦਾ ਜੋੜ, ਤੇ ਦੋ ਇੰਟੀਜਰਸ ਦਾ ਜੋੜ ਵੀ ਤਾਂ ਇੱਕ ਇੰਟੀਜਰ ਹੀ ਹੁੰਦਾ, ਤਾਂ ਇਹ ਬਿਲੋਂਗਸ ਟੂ z ਹੋਏਗਾ, ਠੀਕ ਹੈ ਕਿ ਨਹੀਂ। ਇਹਦਾ ਮਤਲਬ x z ਬਿਲੋਂਗਸ ਟੂ r ਹੋ ਗਿਆ। ਤਾਂ ਅਸੀਂ ਸ਼ੁਰੂ ਕਰਿਆ ਸੀ x y y z ਬਿਲੋਂਗਸ ਟੂ r, ਤੇ ਪ੍ਰੂਵ ਕਰਤਾ x z ਬਿਲੋਂਗਸ ਟੂ r, ਇਹਦਾ ਮਤਲਬ r ਇਜ਼ ਟ੍ਰਾਂਜ਼ਿਟਿਵ, ਠੀਕ ਹੈ। ਤਾਂ ਇੱਥੋਂ ਤੱਕ ਅਸੀਂ ਅੱਜ ਸਮਾਪਤ ਕਰਦੇ ਹਾਂ ਕਹਾਣੀ। ਹੋਪ ਤੁਹਾਨੂੰ ਸਮਝ ਲੱਗਿਆ ਹੋਏਗਾ। ਜੇ ਕੋਈ ਦਿੱਕਤ ਹੈ ਤਾਂ ਉਹ ਤੁਸੀਂ ਕੱਲ੍ਹ ਨੂੰ ਮੇਰੇ ਨਾਲ ਡਿਸਕਸ ਕਰ ਸਕਦੇ ਹਾਂ, ਤੇ ਨਹੀਂ ਤਾਂ ਆਪਾਂ ਨੈਕਸਟ ਜਿਹੜੇ ਐਗਜ਼ਾਮਪਲ ਸ਼ੁਰੂ ਕਰਾਂਗੇ।